मैम बजट 1 तरीक ਨੂੰ ਸਰਕਾਰ ਪੇਸ਼ ਕਰ ਰਹੀ ਹੈ ਕੇਂਦਰ ਸਰਕਾਰ ਦੀ ਮੋਰੇ ਚੋਣਾਂ ਦਾ ਸਮਾਂ ਆ ਲੱਗਦਾ ਲੋਕਾਂ ਲਈ ਕੋਈ ਸਰਪ੍ਰਾਈਜ਼ ਹੋ ਸਕਦਾ ਜਾਂ ਫਿਰ ਇੱਕ ਵਾਰੀ ਫਿਰ ਮਹਿੰਗਾਈ ਵਧੂਗੀ। ਜਿਹੜੇ ਬੱਚਿਆਂ ਨੂੰ ਤੁਸੀਂ ਵਿਹਲੇ ਬਿਠਾਇਆ ਹੋਇਆ ਮੇਰੀ ਬੇਟੀ ਆਈਏਐਸ ਦੇ ਸੁਪਨੇ ਦੇਖਦੀ ਆ ਕਿਆ ਉਹ ਘਰ ਬਹਿ ਕੇ ਜਾਂ ਆਨਲਾਈਨ ਕਲਾਸਾਂ ਲਾ ਕੇ ਆਈਏਐਸ ਬਣ ਸਕਦੀ ਡੀਸੀ ਬਣ ਸਕਦੀ। ਠੀਕ ਹੈ ਨਾ, ਮੋਦੀ ਦੇ ਰਾਜ 'ਚ ਕਿੰਨੀ ਮਹਿੰਗਾਈ ਆ। ਜੇ ਸਰਕਾਰ ਬਦਲਦੀ ਆ ਹੋ ਸਕਦਾ ਵੀ ਅਸੀਂ ਸੋਚਦੇ ਆ ਉਮੀਦ ਰੱਖਦੇ ਆ ਵੀ ਸ਼ਾਇਦ ਅਗਲੀ ਸਰਕਾਰ ਬਈ ਥੋੜਾ ਜਿਹਾ ਲੋਕਾਂ ਨੂੰ ਰਾਹਤ ਮਿਲ ਜਾਊ। ਦੇਖੋ ਜੀ, ਜੋ ਵੀ ਹੁਣ ਤੱਕ ਮਹਿੰਗਾ ਹੋ ਚੁੱਕਿਆ ਉਹ ਅੱਜ ਦੀ ਡੇਟ 'ਚ ਕਦੀ ਸਸਤਾ ਹੋਇਆ ਹੀ ਨਹੀਂ ਹੈ। ਸਭ ਕੁਝ ਅਪਸੈਟ ਹੈ ਜੀ, ਮਹਿੰਗਾਈ ਵਧਣ ਦੇ ਨਾਲ ਸਭ ਕੁਝ ਅਪਸੈਟ ਆ। ਇਹਨਾਂ ਕਹੋ ਵੀ ਅਸੀਂ ਮਹਿੰਗੀ ਚੀਜ਼ ਵੇਚ ਕੇ ਅਸੀਂ ਖੁਸ਼ ਹੋ ਰਹੇ ਹਾਂ, ਨਹੀਂ ਜੀ। ਬਜਟ ਜੇ ਮਹਿੰਗਾ ਆਏਗਾ ਤੇ ਫਿਰ ਸਾਡੇ ਚੌਂਕੇ ਚੁੱਲ੍ਹੇ ਦੀ ਦਿੱਕਤ ਆਏਗੀ, ਕਿਉਂਕਿ ਲੇਡੀਜ਼ ਦੇ ਉੱਤੇ ਜ਼ਿਆਦਾ ਬਰਡਨ ਪੈਂਦਾ ਹੈ। ਤਾਂ ਲਿਆ ਦਾਂਗੇ, ਸਮਾਂ ਸਸਤਾ ਆ ਜਾਏਗਾ, ਚੰਗਾ ਆ ਜਾਏਗਾ, ਸਿੱਖਿਆ ਵਧੀਆ ਹੋ ਜਾਏਗੀ, ਪਰ ਸਾਨੂੰ ਲੱਗਦਾ ਨਹੀਂ ਕਿ ਬੈਨੀਫਿਟ ਹੈ ਕੁਛ। ਜੀ ਬਹਾਨੇ ਤਾਂ ਬਹੁਤ ਕਰਦੇ ਆ ਵੀ ਤੁਸੀਂ ਆਹ ਕਾਰਡ ਬਣਾ ਲਓ, ਤੁਹਾਨੂੰ 1000 ਰੁਪਏ ਮਿਲੂ, 2000 ਮਿਲੂ, ਮਹਿਲਾ ਲਈ ਆਹ ਹੋ ਗਿਆ, ਪਰ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ। ਲੱਗਦਾ ਨਹੀਂ ਜੀ ਅੱਗੇ ਨੂੰ ਕੋਈ ਸਹੂਲਤ ਮਿਲੂਗੀ। ਸੋ ਲੋਕਾਂ ਦੇ ਰਿਵਿਊ ਲੈ ਰਹੇ ਆ ਬਜਟ ਨੂੰ ਲੈ ਕੇ, ਕਿਉਂਕਿ ਜਦੋਂ ਮਹਿੰਗਾਈ ਵੱਧਦੀ ਆ ਜਾਂ ਘਟਦੀ ਆ ਆਮ ਜ਼ਿੰਦਗੀ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ, ਚਾਹੇ ਉਹ ਕੋਈ ਸਰਕਾਰੀ ਨੌਕਰੀ ਕਰ ਰਿਹਾ ਹੋਵੇ, ਚਾਹੇ ਕੋਈ ਪ੍ਰਾਈਵੇਟ ਬਿਜ਼ਨਸ ਕਰ ਰਿਹਾ ਹੋਵੇ, ਚਾਹੇ ਕੋਈ ਪ੍ਰਾਈਵੇਟ ਕੰਮ ਕਰ ਰਿਹਾ ਹੋਵੇ। ਸਾਡੇ ਨਾਲ ਵੀਰ ਜੁੜੇ ਹੋਏ, ਗੱਲਬਾਤ ਕਰਾਂਗੇ। ਵੀਰ ਤੁਸੀਂ ਕੀ ਕਰਦੇ ਹੋ ਜੀ? ਮੈਂ ਐਜੂਕੇਸ਼ਨ ਡਿਪਾਰਟਮੈਂਟ 'ਚ ਹਾਂ ਜੀ, ਪੰਜਾਬ ਐਜੂਕੇਸ਼ਨ ਡਿਪਾਰਟਮੈਂਟ 'ਚ। ਭਾਈ ਕੀ ਲੱਗਦਾ ਕਿ ਬਜਟ ਜੇ ਆਪਾਂ ਗੱਲ ਕਰ ਲਈਏ ਜ਼ਿਆਦਾਤਰ ਚੋਣਾਂ ਦੇ ਬਾਅਦ ਆਉਂਦਾ ਹੁੰਦਾ, ਇਸ ਟਾਈਮ ਚੋਣਾਂ ਤੋਂ ਪਹਿਲੀ ਗੱਲ ਪਹਿਲਾ ਬਜਟ ਆ ਰਿਹਾ ਹੈ ਨਾ ਜੀ, ਤੇ ਲੱਗਦਾ ਹੈ ਕਿ ਉਹ ਬਜਟ ਦੇ ਵਿੱਚ ਕੁਝ ਨਵਾਂ ਹੋਊਗਾ, ਕੁਝ ਲੋਕਾਂ ਦੇ ਲਈ ਕੋਈ ਵਧੀਆ ਚੀਜ਼ ਆਊਗੀ ਇਸ ਵਾਰ ਬਜਟ ਦੇ ਵਿੱਚ? ਕੋਈ ਵੀ ਵਰਗ ਹੈ ਜੀ, ਭਾਵੇਂ ਸਰਕਾਰੀ ਮੁਲਾਜ਼ਮ ਹੈ, ਭਾਵੇਂ ਕੋਈ ਕੰਮ ਕਰਨ ਵਾਲਾ ਹੈ, ਬਜਟ ਤੇ ਸਾਰਿਆਂ ਨੂੰ ਉਮੀਦ ਹੁੰਦੀ ਹੈ ਜੀ ਕਿ ਜੇ ਚੰਗਾ ਬਜਟ ਆਊਗਾ, ਮਹਿੰਗਾਈ ਘਟੂਗੀ ਤਾਂ ਸਾਰਿਆਂ ਲਈ ਚੰਗਾ ਹੋਊਗਾ। ਤੇ ਇਸ ਲਈ ਆਸ ਤਾਂ ਸਾਰਿਆਂ ਨੂੰ ਹੁੰਦੀ ਹੈ ਕਿ ਬਜਟ ਚੰਗਾ ਆਵੇ, ਸੁਖਾਲਾ ਬਜਟ ਆਵੇ, ਕਿ ਉਹਦੇ ਲਈ ਹਰੇਕ ਵਰਗ ਲਈ ਉਹ ਫਾਇਦਾ ਹੋਵੇ ਉਹ ਬਜਟ ਨੂੰ। ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਸਰਕਾਰ ਹਰੇਕ ਵਰਗ ਲਈ ਜਿਹੜਾ ਬਜਟ ਹੈ ਉਹ ਹਰੇਕ ਵਰਗ ਲਈ ਵਧੀਆ ਹੋਵੇ ਬਸ। ਭਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਨੌਕਰੀ ਕਰਦੇ ਨੂੰ? ਮੈਨੂੰ 10 ਸਾਲ ਹੋ ਗਏ ਜੀ। 10 ਸਾਲ ਹੋ ਗਏ। ਪਹਿਲਾਂ ਵੀ ਬਜਟ ਆਇਆ ਕਈ ਵਾਰ ਹੈ ਨਾ ਜੀ, ਲੱਗਦਾ ਜੋ ਜਿਸ ਤਰ੍ਹਾਂ ਜਿਹੜੀ ਪਹਿਲਾਂ ਮਹਿੰਗਾਈ ਹੁੰਦੀ ਸੀਗੀ ਜਾਂ ਕਹਿ ਦਈਏ ਆਪਾਂ ਰੇਟ ਘਟਦੇ ਸੀ ਵੱਧਦੇ ਸੀਗੇ, ਤੇ ਪਹਿਲਾਂ ਜੇ ਆਪਾਂ ਗੱਲ ਕਰੀਏ 2017 ਤੋਂ ਪਹਿਲਾਂ ਤਾਂ ਉੱਤੇ 2017 ਤੋਂ ਬਾਅਦ ਕੀ ਫਰਕ ਲੱਗਦਾ? ਕਿੰਨਾ ਕੁ ਮਹਿੰਗਾਈ 'ਚ ਫਰਕ ਪੈ ਗਿਆ, ਕਿੰਨਾ ਕੁ ਚੀਜ਼ਾਂ 'ਚ ਫਰਕ ਪੈ ਗਿਆ ਜੀ? ਮਹਿੰਗਾਈ ਤਾਂ ਵਧੀਆ ਜੀ, ਬਹੁਤ ਵਧੀਆ ਮਹਿੰਗਾਈ ਤਾਂ। ਹੁਣ ਤਾਂ ਇਹੀ ਆਸ ਹੈ ਕਿ ਥੋੜ੍ਹਾ ਜਿਹਾ ਮਹਿੰਗਾਈ ਨੂੰ ਠੱਲ ਪਵੇ। ਹਰੇਕ ਚੀਜ਼, ਗੈਸ ਸਿਲੰਡਰ ਹੋ ਗਿਆ, ਪੈਟਰੋਲ ਹੋ ਗਿਆ, ਤੁਸੀਂ ਦੇਖੋ ਕੀ ਰੇਟ ਪਹੁੰਚ ਗਿਆ ਜੀ। 2017 ਤੋਂ ਆਪਾਂ ਕੰਪੇਅਰ ਕਰ ਲਈਏ 22 'ਚ ਕੀ ਰੇਟ ਹੈ ਸਿਲੰਡਰ ਦਾ, ਕਿੰਨਾ ਵੱਧ ਗਿਆ, ਪੈਟਰੋਲ 100 ਰੁਪਏ ਵੀ ਪਾਰ ਹੋ ਗਿਆ ਜੀ। ਇਹ ਤਾਂ ਹੁਣ ਇਹੀ ਉਮੀਦ ਹੈ ਬਜਟ ਤੋਂ ਕਿ ਸਰਕਾਰ ਕੋਈ ਬਜਟ ਜਿਹੜਾ ਆਮ ਜਨਤਾ ਲਈ ਆਵੇ, ਬਜਟ ਕਿ ਜਿਹੜੀ ਆਮ ਜਨਤਾ ਉਹਨਾਂ ਨੂੰ ਥੋੜ੍ਹਾ ਜਿਹਾ ਸਾਹ ਮਿਲੇ ਜੀ। ਤੇ ਭਾਜੀ ਕਿਹੜਾ ਪਿੰਡ ਪੈਂਦਾ ਜੀ ਆਪਣਾ? ਮੈਂ ਮੋਹਾਲੀ ਹੈ ਜੀ। ਮੋਹਾਲੀ ਤੋਂ ਆ। ਤੁਹਾਡੇ ਜੇ ਆਪਾਂ ਗੱਲ ਥੋੜੀ ਜਿਹੀ ਪੋਲੀਟੀਕਲ ਪਾਸੇ ਦੀ ਵੀ ਕਰ ਲਈਏ, ਕੀ ਲੱਗਦਾ ਕਿ ਸਰਕਾਰਾਂ, ਜੇ ਆਪਾਂ ਕਿਸੇ ਪਾਰਟੀਕੂਲਰ ਪਾਰਟੀ ਦੀ ਗੱਲ ਨਹੀਂ ਕਰਦੇ, ਆਪਾਂ ਸਾਰੀਆਂ ਪਾਰਟੀਆਂ ਦੀ ਗੱਲ ਕਰ ਲਈਏ, ਸਾਰੀਆਂ ਪਾਰਟੀਆਂ ਵਾਅਦੇ ਕਰਦੀਆਂ ਲਗਾਤਾਰ, ਕੋਈ ਵਾਅਦੇ ਕਰਦੀਆਂ, ਕੋਈ ਵਾਅਦੇ ਕਰਦੀਆਂ। ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਚੇਂਜ ਜਿਹੜਾ ਆ ਮੋਹਾਲੀ ਦੇ ਲੋਕਾਂ ਦੇ ਲਿਆਉਣਾ ਚਾਹੀਦਾ ਇਸ ਵਾਰ? ਚੇਂਜ ਇਹੀ ਹੈ ਬਸ, ਸਰਕਾਰ ਜਿਹੜੀ ਹੋਵੇ ਵਾਅਦੇ ਪੂਰੇ ਕਰਨ ਵਾਲੀ ਹੋਵੇ। ਖਾਲੀ ਵਾਅਦੇ ਮੈਨੀਫੈਸਟੋ ਬਣਾਉਣ ਨਾਲ ਕੁਝ ਨਹੀਂ ਹੋਣਾ। ਮੈਨੀਫੈਸਟੋ ਜੋ ਮਰਜ਼ੀ ਲਿਖੀ ਜਾਵੇ, ਪਰ ਇਹ ਹੈ ਕਿ ਜੇ 5 ਸਾਲ ਕੰਮ ਕਰਨ ਵਾਲੀ ਹੋਵੇ, ਮਹਿੰਗਾਈ ਨੂੰ ਠੱਲ ਪਾਉਣ ਵਾਲੀ ਹੋਵੇ, ਆਮ ਲੋਕਾਂ ਨਾਲ ਖੜਨ ਵਾਲੀ ਹੋਵੇ, ਵਿਕਾਸ ਕਰਨ ਵਾਲੀ ਹੋਵੇ, ਬਸ ਜਿਹੜੀ ਮਰਜ਼ੀ ਹੋਵੇ ਬਸ ਜੀ। ਗੱਲ ਕਰ ਲਈਏ, ਕੱਲ ਪ੍ਰਵਿੰਦਰ ਸਿੰਘ ਸੁਹਾਣਾ ਜਿਹੜਾ ਹੈਗੇ ਆ, ਉਹਨਾਂ ਨੇ ਇੱਥੋਂ ਨਾਮਜ਼ਦਗੀ ਪੱਤਰ ਭਰਿਆ, ਅਕਾਲੀ ਬਸਪਾ ਤੋਂ ਖੜੇ ਹੋਏ ਨੇ। ਤੇ ਹੋਰ ਵੀ ਗੱਲ ਕਰ ਲਈਏ, ਬਲਵੀਰ ਸਿੰਘ ਸਿੱਧੂ ਵੀ ਕਾਂਗਰਸ ਤੋਂ ਹੈਗੇ ਨੇ, ਆਮ ਆਦਮੀ ਪਾਰਟੀ ਤੋਂ ਅਨਮੋਲ ਗਗਨ ਮਾਨ ਨੇ। ਕੀ ਲੱਗਦਾ ਕਿ ਕਿਹੜੀ ਪਾਰਟੀ ਆਪਣੇ ਪੰਜਾਬ ਦਾ ਭਲਾ ਕਰ ਸਕਦੀ, ਡੁੱਬਦੇ ਪੰਜਾਬ ਨੂੰ ਬਚਾ ਸਕਦੀ? ਕਿਉਂਕਿ 3 ਲੱਖ ਕਰੋੜ ਦਾ ਪਹਿਲੇ ਕਰਜ਼ਾ ਅੱਗੇ ਵਧੇ ਹੀ ਰਿਹਾ ਜੀ। ਭਾਜੀ ਹੁਣ ਵੈਸੇ ਆਸ ਤਾਂ ਕਿਸੇ ਤੋਂ ਨਹੀਂ ਹੈ, ਸਾਰੇ ਤੋਂ ਹੀ ਤੰਗ ਆ ਲੋਕੀ, ਜਿਹੜੀ ਮਰਜ਼ੀ ਪਾਰਟੀ ਹੋਵੇ। ਉਹੀ ਗੱਲ ਹੈ ਕਿ ਬਸ ਜਿਹੜੀ ਵੀ ਆਵੇ ਪਾਰਟੀ ਹੁਣ ਚੰਗਾ ਹੀ ਕਰੇਗੀ। 2022 ਚੜ੍ਹਿਆ ਤੇ ਨਵਾਂ ਸਾਲ ਚੜ੍ਹਿਆ, ਤੇ ਜਿਹੜੀ ਵੀ ਸਰਕਾਰ ਆਵੇ ਕੋਈ ਨਵੀਂ ਨੀਤੀਆਂ ਹੋਣ, ਯੂਥ ਲਈ ਹੋਣ, ਐਜੂਕੇਸ਼ਨ ਸੈਕਟਰ, ਹੈਲਥ ਸੈਕਟਰ, ਉਹਦੀ ਡਿਵੈਲਪਮੈਂਟ ਹੋਵੇ, ਕਰਪਸ਼ਨ ਖਤਮ ਹੋਵੇ। ਅਸੀਂ ਤਾਂ ਇਹੀ ਆਸ ਕਰਦੇ ਹਾਂ ਬਸ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਵੀਰ ਸਾਡੇ ਨਾਲ ਜੁੜੇ ਹੋਏ ਸੀ। ਹੋਰ ਵੀ ਅੱਗੇ ਆਪਾਂ ਚੱਲਾਂਗੇ, ਗੱਲਬਾਤ ਕਰਾਂਗੇ। ਵੀਰ ਦਾ ਕਹਿਣਾ ਸਰਕਾਰੀ ਨੌਕਰੀ ਕਰਦੇ ਆ, ਵੀਰ ਦਾ ਕਹਿਣਾ ਹੈ ਕਿ ਬਜਟ ਜਿਹੜਾ ਆ ਉਹ ਆਮ ਲੋਕਾਂ ਦੇ ਲਈ ਹੋਣਾ ਚਾਹੀਦਾ ਆ। ਨਿਰਮਲਾ ਸੀਤਾਰਮਨ ਜੀ ਜਿਹੜੇ ਸਾਡੇ ਕੇਂਦਰ ਦੇ ਹੈਗੇ ਮੰਤਰੀ, ਉਹ ਬਜਟ ਨੂੰ ਜਿਹੜਾ ਪੇਸ਼ ਕਰਨਗੇ 1 ਤਰੀਕ ਨੂੰ ਫੋਨਾਂ ਦੇ ਉੱਤੇ, ਆਨਲਾਈਨ ਵੀ ਉਹ ਜਿਹੜਾ ਚੱਲੂਗਾ। ਤੇ ਹੋਰ ਵੀ ਐਸੇ ਜਿਹੜੇ ਲੋਕ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਜਾਣਾਂਗੇ ਕਿ ਬਜਟ ਜਿਹੜਾ ਆ ਉਹਦੇ ਨਾਲ ਕਿੰਨਾ ਕੁ ਫਰਕ ਪੈਂਦਾ, ਪਹਿਲਾਂ ਕਿੰਨਾ ਕੁ ਫਰਕ ਪਿਆ ਸੀ ਤੇ ਹੁਣ ਕਿੰਨਾ ਕੁ ਜਿਹੜਾ ਆ ਉਹ ਫਰਕ ਪਊਗਾ। ਸੋ ਸਾਡੇ ਨਾਲ ਮੈਮ ਜੁੜੇ ਹੋਏ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਬਜਟ 1 ਤਰੀਕ ਨੂੰ ਸਰਕਾਰ ਪੇਸ਼ ਕਰ ਰਹੀ ਹੈ ਕੇਂਦਰ ਸਰਕਾਰ ਜੀ, ਮੋਰੇ ਚੋਣਾਂ ਦਾ ਸਮਾਂ ਆ, ਲੱਗਦਾ ਲੋਕਾਂ ਲਈ ਕੋਈ ਸਰਪ੍ਰਾਈਜ਼ ਹੋ ਸਕਦਾ ਜਾਂ ਫਿਰ ਇੱਕ ਵਾਰੀ ਫਿਰ ਮਹਿੰਗਾਈ ਵਧੂਗੀ ਜੀ? ਦੇਖੋ ਜੀ, ਜੋ ਵੀ ਹੁਣ ਤੱਕ ਮਹਿੰਗਾ ਹੋ ਚੁੱਕਿਆ ਉਹ ਅੱਜ ਦੀ ਡੇਟ 'ਚ ਕਦੀ ਸਸਤਾ ਹੋਇਆ ਹੀ ਨਹੀਂ ਹੈ।
ਜਿੰਨਾ ਮਰਜ਼ੀ ਤੁਸੀਂ ਜ਼ੋਰ ਲਗਾ ਲਓ, ਕੁਛ ਮਰਜ਼ੀ ਕਰ ਲਓ, ਸਾਨੂੰ ਵੀ ਆਪਣੇ ਕਸਟਮਰ ਨੂੰ ਸਮਝਾਉਣਾ ਬੜਾ ਮੁਸ਼ਕਿਲ ਹੈ ਵੀ ਇਹ ਵੀ ਚੀਜ਼ ਮਹਿੰਗੀ ਹੋ ਚੁੱਕੀ ਹੈ, ਇਹ ਵੀ ਮਹਿੰਗੀ ਹੋ ਚੁੱਕੀ ਹੈ, ਪਰ ਨਹੀਂ, ਉਹ ਵੀ ਨਹੀਂ ਸਮਝਦੇ ਹੈਗੇ ਕਈ ਵਾਰੀ ਤਾਂ। ਤੇ ਕਿੰਨਾ ਕੁ ਫਰਕ ਪੈਂਦਾ ਮਹਿੰਗਾਈ ਵਧਣ ਦੇ ਨਾਲ? ਜੇ ਗੱਲ ਕਰ ਲਈਏ, ਤੁਸੀਂ ਦੁਕਾਨ ਵੀ ਚਲਾਉਂਦੇ ਹੋ, ਘਰ ਦੇ ਵਿੱਚ ਵੀ ਸਾਰਾ ਗੱਲ ਕਰ ਲਈ, ਘਰ ਦਾ ਸਟਰਕਚਰ ਵੀ ਚਲਾਉਣਾ ਆ, ਕਿੰਨਾ ਕੁ ਫਰਕ ਪੈ ਜਾਂਦਾ ਮਹਿੰਗਾਈ ਪੈਣ ਨਾਲ? ਸਭ ਕੁਝ ਅਪਸੈਟ ਆ ਜੀ, ਮਹਿੰਗਾਈ ਵਧਣ ਦੇ ਨਾਲ ਸਭ ਕੁਝ ਅਪਸੈਟ ਆ। ਇੰਨਾ ਕਹੋ ਵੀ ਅਸੀਂ ਮਹਿੰਗੀ ਚੀਜ਼ ਵੇਚ ਕੇ ਅਸੀਂ ਖੁਸ਼ ਹੋ ਰਹੇ ਹਾਂ, ਨਹੀਂ ਜੀ। ਜਿਹੜਾ ਲੈਣ ਵਾਲਾ ਉਹ ਵੀ ਪਰੇਸ਼ਾਨ ਆ, ਜੋ ਵੇਚਣ ਵਾਲੇ ਉਹ ਵੀ ਪਰੇਸ਼ਾਨ ਆ। ਤੇ ਜੇ ਗੱਲ ਕਰ ਲਈਏ ਅੱਜ ਤੋਂ 5-7 ਸਾਲ ਪਹਿਲਾਂ ਦੀ, ਪਹਿਲਾਂ ਜਿਹੜੀ ਕਿੰਨਾ ਕੁ ਫਰਕ ਹੁੰਦਾ ਸੀਗਾ ਤੇ ਹੁਣ ਕਿੰਨਾ ਕੁ ਫਰਕ ਆ ਜੇ ਮਹਿੰਗਾਈ ਨੂੰ ਲੈ ਕੇ ਆਪਾਂ ਗੱਲ ਕਰੀਏ? ਹੁਣ ਤਾਂ ਵੱਧਦੀ ਹੀ ਜਾ ਰਹੀ ਹੈ। ਪਹਿਲਾਂ ਹਜੇ ਫਿਰ ਵੀ ਲਾਈਫ ਸਟੇਬਲ ਸੀ, ਬਟ ਹੁਣ ਕੋਈ ਸਟੇਬਿਲਿਟੀ ਹੈ ਨਹੀਂ, ਬਿਲਕੁਲ ਵੀ ਨਹੀਂ ਹੈ। ਹੁਣ ਤਾਂ ਸਾਰੀ ਅਪਸੈਟ ਹਾਂ ਜੀ ਇਸ ਚੀਜ਼ ਤੋਂ। ਹੁਣ ਹਰੇਕ ਚੀਜ਼ ਲੈਣ ਤੋਂ ਪਹਿਲਾਂ ਵੀ ਸੋਚਣਾ ਪੈਂਦਾ ਹੋਣਾ, ਜਾਂ ਫਿਰ ਸ਼ੌਂਕ ਵੀ ਮਾਰਨੇ? ਹਾਂਜੀ, ਅਸੀਂ ਵੀ ਬਹੁਤ ਸੋਚਦੇ ਹਾਂ ਅਸੀਂ ਕਿਆ ਖਰੀਦੀਏ, ਕਿਆ ਪਰਚੇਜ਼ਿੰਗ ਕਰੀਏ, ਅਸੀਂ ਉਸ ਨੂੰ ਅੱਗੇ ਕਿਸ ਤਰ੍ਹਾਂ ਸੇਲ ਕਰੀਏ। ਕਸਟਮਰ ਨੂੰ ਬੜਾ ਮੁਸ਼ਕਿਲ ਹੈ ਸੈਟੀਸਫਾਈਡ ਕਰਾਉਣਾ ਵੀ ਇਹ ਚੀਜ਼ ਮਹਿੰਗੀ ਹੈ, ਇਸ ਨੂੰ ਅਸੀਂ ਵੀ ਮਹਿੰਗੀ ਲੈ ਕੇ ਆਏ ਹਾਂ ਤਾਂ ਤੁਹਾਨੂੰ ਵੀ ਮਹਿੰਗੀ ਹੀ ਪਏਗੀ। ਬੜਾ ਮੁਸ਼ਕਿਲ ਹੈ ਜੀ ਇਹ ਸਭ ਕਰਨਾ। ਦੀ ਅੱਜ ਕੱਲ ਤਾਂ ਰੋਟੀ ਮੈਨੂੰ ਤੱਕਰੇ ਹੀ ਚੱਲਦਾ ਮੇਰੇ ਹਿਸਾਬ ਨਾਲ, ਜਿੰਨੀ ਕਮਾਈ ਹੁੰਦੀ ਹੈ ਨਾ। ਜੀ ਹਾਂਜੀ, ਬਸ ਅਸੀਂ ਤਾਂ, ਸਾਡਾ ਤਾਂ ਵੈਸੇ ਹੀ ਬੈਗ ਲਾਈਨਸ ਦਾ ਕੰਮ ਹੈ। ਜਿਸ ਤਰ੍ਹਾਂ ਸਕੂਲ ਬੰਦ ਹੋਇਆ, ਸਾਡਾ ਆਪਣਾ ਕੰਮ ਬੰਦ ਹੋ ਜਾਂਦਾ ਹੈ। ਬਸ ਸਰਵਾਈਵ ਕਰਨ ਵਾਲਾ ਕੰਮ ਹੈ ਜੀ, ਚੱਲ ਰਿਹਾ ਜਿਸ ਤਰ੍ਹਾਂ ਵੀ ਹੈ, ਚਲਾ ਰਹੇ ਹਾਂ। ਹਾਂਜੀ, ਧੰਨਵਾਦ ਜੀ। ਸੋ ਇਸ ਤਰ੍ਹਾਂ ਦੇ ਹਾਲਾਤ ਨੇ ਮੈਮ ਤੋਂ ਆਪਾਂ ਜਾਣਿਆ ਕਿ ਹਾਲਾਤ ਕਿਸ ਤਰ੍ਹਾਂ ਜਿਹੜੇ ਲਗਾਤਾਰ ਉਹ ਵਿਗੜਦੇ ਜਾ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਹੁਣ ਬਜਟ ਦੇ ਉੱਤੇ ਡਿਪੈਂਡ ਹੈ ਕਿ ਸਰਕਾਰ ਕਿਸ ਤਰ੍ਹਾਂ ਦਾ ਬਜਟ ਪੇਸ਼ ਕਰਦੀ। ਸ਼ਾਇਦ ਵੋਟਾਂ ਦੇ ਕਰਕੇ ਸਰਕਾਰ ਕੁਝ ਰਾਹਤ ਵੀ ਦੇ ਦੇਵੇ ਆਮ ਲੋਕਾਂ ਨੂੰ, ਬਿਜ਼ਨਸਮੈਨ ਲੋਕਾਂ ਨੂੰ, ਪਰ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਮਹਿੰਗਾਈ ਜਿਹੜੀ ਆ ਉਹ ਅੱਗੇ ਲਗਾਤਾਰ ਵੱਧਦੀ ਜਾ ਰਹੀ ਹੈ। ਸਾਡੇ ਨਾਲ ਮਾਤਾ ਜੀ ਜੁੜੇ ਹੋਏ ਨੇ, ਗੱਲਬਾਤ ਕਰਾਂਗੇ। ਮੈਮ, ਕੀ ਲੱਗਦਾ ਹੈ ਮਹਿੰਗਾਈ ਵਧਣ ਦੇ ਨਾਲ, ਘਟਣ ਦੇ ਨਾਲ ਕਿੰਨਾ ਕੁ ਫਰਕ ਪੈਂਦਾ? ਜੇ ਹੁਣ ਗੱਲ ਕਰ ਲਈਏ, ਚੋਣਾਂ ਦਾ ਟਾਈਮ ਆ ਮੂਹਰੇ, 1 ਤਰੀਕ ਨੂੰ ਬਜਟ ਪੇਸ਼ ਕਰਨਾ ਹੈ ਸਰਕਾਰ ਨੇ। ਬਜਟ ਦੇ ਵਿੱਚ ਜਾਂ ਤਾਂ ਮਹਿੰਗਾਈ ਵੱਧ ਜੂਗੀ ਜਾਂ ਘਟ ਜੂਗੀ। ਤੁਸੀਂ ਕੀ ਉਮੀਦ ਲਾਉਂਦੇ ਵੀ ਕਿਸ ਤਰ੍ਹਾਂ ਦਾ ਬਜਟ ਆ ਸਕਦਾ ਹੈ? ਬਜਟ ਜੇ ਮਹਿੰਗਾ ਆਏਗਾ ਤੇ ਫਿਰ ਸਾਡੇ ਚੌਂਕੇ ਚੁੱਲ੍ਹੇ ਦੀ ਦਿੱਕਤ ਆਏਗੀ, ਕਿਉਂਕਿ ਲੇਡੀਜ਼ ਦੇ ਉੱਤੇ ਜ਼ਿਆਦਾ ਬਰਡਨ ਪੈਂਦਾ ਹੈ। ਲੇਡੀਜ਼ ਨੂੰ ਪ੍ਰੋਬਲਮ ਆ ਜਾਂਦੀ ਹੈ ਜੇ ਕੋਈ ਸਬਜ਼ੀ ਮਹਿੰਗੀ ਆ, ਦਾਲ ਮਹਿੰਗੀ ਆ, ਉਹ ਲੇਡੀਜ਼ ਦੇ ਉੱਤੇ, ਕਿਉਂਕਿ ਘਰ ਤੇ ਲੇਡੀਜ਼ ਨੇ ਹੀ ਚਲਾਉਣਾ ਵਾ, ਹੋਰ ਤੇ ਕਿਸੇ ਨੇ ਨਹੀਂ ਚਲਾਉਣਾ। ਸਾਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਜੇ ਬਜਟ ਜ਼ਿਆਦਾ ਹੈਵੀ ਹੋ ਜਾਏਗਾ ਤੇ ਸਾਡੇ ਵਾਸਤੇ, ਅਸੀਂ ਇਹੋ ਚਾਹੁੰਦੇ ਕਿ ਬਜਟ ਐਸਾ ਹੋਵੇ ਜਿਹੜੇ ਸਾਡੇ ਹਸਬੈਂਡ ਨੂੰ ਵੀ ਨਾ ਦਿੱਕਤ ਆਵੇ, ਸਾਨੂੰ ਵੀ ਨਾ ਦਿੱਕਤ ਆਵੇ। ਤੇ ਕੀ ਲੱਗਦਾ ਮਾਤਾ ਜੀ, ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਕਰ ਲਈ, ਉਸ ਟਾਈਮ ਵੀ ਮਹਿੰਗਾਈ ਹੁੰਦੀ ਸੀਗੀ, ਤੇ ਹੁਣ ਦੀ ਮਹਿੰਗਾਈ 'ਚ ਕੀ ਫਰਕ ਲੱਗਦਾ? ਅੱਗੇ ਨਾਲੋਂ ਜ਼ਿਆਦਾ ਮਹਿੰਗਾਈ ਹੋ ਗਈ ਜਾਂ ਕੀ ਚੱਕਰ? ਅੱਗੇ ਨਾਲੋਂ ਜ਼ਿਆਦਾ ਮਹਿੰਗਾਈ ਹੈ। ਕਿਹੜੀਆਂ ਚੀਜ਼ਾਂ ਵੈਸੇ ਮਹਿੰਗੀਆਂ ਹੋਈਆਂ? ਵਿਊ ਇਹ ਦਿੱਤੇ ਜਾਂਦੇ ਆ ਕਿ ਅਸੀਂ ਸਸਤਾ ਲਿਆ ਦਾਂਗੇ, ਸਮਾਂ ਸਸਤਾ ਆ ਜਾਏਗਾ, ਚੰਗਾ ਆ ਜਾਏਗਾ, ਸਿੱਖਿਆ ਵਧੀਆ ਹੋ ਜਾਏਗੀ, ਪਰ ਸਾਨੂੰ ਲੱਗਦਾ ਨਹੀਂ ਕਿ ਬੈਨੀਫਿਟ ਹੈ ਕੁਝ। ਅਲੱਗ ਹੀ ਸਾਨੂੰ ਪ੍ਰੋਬਲਮ ਹੀ ਕ੍ਰੀਏਟ ਹੋ ਰਹੀਆਂ। ਘਰ ਦੇ ਵਿੱਚ ਕਿਹੜੀਆਂ ਚੀਜ਼ਾਂ ਤੁਹਾਨੂੰ ਮਹਿੰਗੀਆਂ ਲੱਗਦੀਆਂ? ਆਪਾਂ ਰਾਸ਼ਨ ਪਾਣੀ ਨੂੰ ਦੇਖਦੇ ਹੋਏ ਗੱਲ ਕਰ ਲਈਏ, ਸਿਲੰਡਰ ਦੀ ਗੱਲ ਕਰ ਲਈਏ, ਜਾਂ ਹੋਰ ਇਸ ਤਰ੍ਹਾਂ ਦੀ ਚੀਜ਼ਾਂ ਦੀ ਗੱਲ ਕਰ ਲਈਏ, ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਮਹਿੰਗੀ ਹੋ ਗਈ ਲੱਗਦੀ? ਜਿੱਦਾਂ ਕਿ ਤੇਲ, ਸਰੋਂ ਦਾ ਤੇਲ ਮਹਿੰਗਾ ਕਰਤਾ, ਆਮ ਜਨਜੀਵਨ ਤੇ ਅਸਰ ਆ, ਕਿਉਂਕਿ ਜਿਹੜਾ ਨਾਰਮਲ ਚੀਜ਼ ਆ, ਦਾਲਾਂ, ਸਬਜ਼ੀਆਂ, ਇਹ ਮਹਿੰਗੀਆਂ ਕਰਤੀਆਂ, ਪਿਆਜ਼ ਮਹਿੰਗੇ ਕਰਤੇ ਆ। ਸਾਨੂੰ ਇਹ ਦਿੱਕਤ ਆਉਂਦੀ ਹੈ ਕਿ ਕਿਚਨ ਦੇ ਵਿੱਚ ਅਗਰ ਪਿਆਜ਼ ਨਾ ਹੋਵੇ ਤੇ ਸਾਨੂੰ ਮੁਸ਼ਕਲ ਆ ਜਾਂਦੀ ਆ। ਛੋਟੀਆਂ ਚੀਜ਼ਾਂ ਦੀ ਦਿੱਕਤ ਆਉਂਦੀ ਆ। ਬਜਟ ਦੇ ਨਾਲ ਸਾਡੇ ਉੱਤੇ ਬਹੁਤ ਹੀ ਅਸਰ ਪਿਆ ਹੈ। ਸਾਡੇ ਬਿਜ਼ਨਸ ਤੇ ਕਿੰਨਾ ਕੁ ਅਸਰ ਪੈਂਦਾ? ਤੁਸੀਂ ਦੁਕਾਨਦਾਰੀ ਕਰਦੇ ਹੋ ਤੇ ਤੁਹਾਨੂੰ ਗਾਹਕ ਕਿੰਨੇ ਕੁ ਹੁਣ ਅੱਗੇ ਨਾਲੋਂ ਸਮਾਨ ਵੱਧ ਲੈਂਦੇ, ਘੱਟ ਲੈਂਦੇ, ਵੱਧ ਗਏ, ਘੱਟ ਗਏ? ਘਟ ਗਿਆ, ਬਿਜ਼ਨਸ ਵੀ ਘਟ ਗਿਆ, ਕਿਉਂਕਿ ਕਹਿੰਦੇ ਆ ਕਿ ਲੋਕਡਾਊਨ ਆ ਜੀ, ਬਿਜ਼ਨਸ ਤੇ ਪਿੱਛੇ ਲੋਕਡਾਊਨ ਲੱਗਿਆ ਰਿਹਾ 2-3 ਸਾਲ, ਸਾਨੂੰ ਬਹੁਤ ਹੀ ਪਰੇਸ਼ਾਨੀਆਂ ਆਈਆਂ। ਮੈਮ, ਕੀ ਲੱਗਦਾ ਕਿ ਤੁਸੀਂ ਵੀ ਘਰ-ਬਾਰ ਚਲਾਉਂਦੇ ਹੋ ਨਾ ਜੀ, ਘਰ ਦੇ ਵਿੱਚ ਸਮਾਨ ਲੈ ਕੇ ਆਉਂਦੇ ਹੋ, ਕੀ ਲੱਗਦਾ ਮਹਿੰਗਾਈ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਆ ਘਰ ਦੀ ਆਰਥਿਕਤਾ ਉੱਤੇ ਜੀ? ਸਰ ਐਕਚੁਅਲੀ ਸਾਨੂੰ ਤਾਂ ਦੋਨਾਂ ਸਾਈਡ ਹੀ ਫਰਕ ਪੈ ਰਿਹਾ। ਜੇ ਮੈਂ ਜੌਬ ਕਰਦੀ ਹਾਂ ਤੇ ਓਬਵੀਅਸਲੀ ਜਿਹੜੇ ਲੋਕ ਆ ਪਰਚੇਜ਼ ਕਰਨ ਆਉਂਦੇ ਆ ਕੁਝ ਵੀ, ਉਹ ਸਾਡੇ ਲੋਕੈਲਿਟੀ 'ਚੋਂ ਹੀ ਆ, ਤੇ ਉਹਨਾਂ ਨੂੰ ਵੀ ਸੇਮ ਹੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਜਿਹੜੀਆਂ ਸਾਨੂੰ ਪ੍ਰੋਬਲਮਸ ਆ ਰਹੀਆਂ। ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਜੌਬ ਕਰਦੇ ਨੂੰ? ਸੋ 6 ਮੰਥ ਕੋ ਹੋਇਆ ਵੈਸੇ ਮੈਨੂੰ। ਮੈਂ ਬਿਫੋਰ ਮੈਰਿਜ ਜੌਬ ਕੀਤੀ, ਆਫਟਰ ਮੈਰਿਜ ਫਿਰ ਮੌਕਾ ਹੀ ਮਿਲਿਆ, ਹੁਣ ਮੌਕਾ ਮਿਲਿਆ ਤੇ ਮੈਂ ਜੌਬ ਕੀਤੀ। ਤੇ ਜੇ ਆਪਾਂ ਗੱਲ ਕਰ ਲਈਏ, ਜੇ ਅੱਜ ਤੋਂ 10-12 ਸਾਲ ਪਹਿਲਾਂ ਗੱਲ ਕਰ ਲਈਏ, ਪਹਿਲਾਂ ਮੇਰੇ ਹਿਸਾਬ ਨਾਲ ਥੋੜੇ ਬਹੁਤੇ ਪੈਸੇ ਜੁੜ ਵੀ ਜਾਂਦੇ ਹੋਣੇ, ਹੁਣ ਤਾਂ ਜੁੜਨੇ ਦੀ ਕੋਈ। ਬਿਲਕੁਲ ਸਰ, ਸੋਨਾ ਇੰਨਾ ਮਹਿੰਗਾ ਹੋ ਗਿਆ ਕਿ ਮੇਰੀਆਂ 2 ਬੇਟੀਆਂ ਹੁਣ ਇਹਨੇ ਫਿਕਰ ਪਏ ਰਹਿੰਦੇ ਆ ਕਿ ਕਿੱਦਾਂ ਕਰਨਾ। ਪੜ੍ਹਾਈਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਕਿਉਂਕਿ ਸਕੂਲ ਲੱਗਦੇ ਕੋਈ ਨਹੀਂ ਆ। ਗਵਰਨਮੈਂਟ ਨੂੰ ਸਭ ਤੋਂ ਪਹਿਲਾਂ ਇਹ ਚਾਹੀਦਾ ਕਿ ਠੇਕੇ ਬੰਦ ਕਰਕੇ ਤੇ ਤੁਸੀਂ ਸਕੂਲ ਖੋਲੋ। ਜੇ ਠੇਕਿਆਂ 'ਚ ਕਰੋਨਾ ਨਹੀਂ ਹੈ ਤਾਂ ਸਕੂਲਾਂ 'ਚ ਵੀ ਕਰੋਨਾ ਨਹੀਂ ਆ ਸਕਦਾ। ਕਿਉਂ ਸਕੂਲਾਂ 'ਚ ਕਰੋਨਾ ਆਏਗਾ? ਹੈ ਨਾ, ਜਿਹੜੇ ਬੱਚਿਆਂ ਨੂੰ ਤੁਸੀਂ ਵਿਹਲੇ ਬਿਠਾਇਆ, ਮੇਰੀ ਬੇਟੀ IAS ਦੇ ਸੁਪਨੇ ਦੇਖਦੀ ਆ, ਕਿਆ ਉਹ ਘਰ ਬਹਿ ਕੇ ਜਾਂ ਆਨਲਾਈਨ ਕਲਾਸਾਂ ਲਾ ਕੇ IAS ਬਣ ਸਕਦੀ ਹੈ, DC ਬਣ ਸਕਦੀ ਹੈ? ਮੈਂ ਗਵਰਨਮੈਂਟ ਨੂੰ ਇਹ ਪੁੱਛ, ਅਗਰ ਮੰਨ ਲਓ ਕੋਈ ਅੱਛੀ ਡੈਜ਼ਿਗਨੇਸ਼ਨ ਦਾ ਬੰਦਾ ਸਾਹਮਣੇ ਆਵੇ ਤਾਂ ਮੈਂ ਉਹਨੂੰ ਇਹ ਪੁੱਛਾਂਗੀ ਕਿ ਚੱਲਦੀ ਮਾਰਕੀਟ 'ਚ ਜੇ ਕਰੋਨਾ ਨਹੀਂ ਹੈ, ਸਾਨੂੰ ਕਰੋਨਾ ਨਹੀਂ ਹੈ,
ਤੇ ਜਿਹੜੇ ਬਦਲਦੇ ਮੌਸਮ ਦੇ ਤੁਸੀਂ ਪ੍ਰਕਿਰਤੀ ਨੂੰ ਲੈ ਕੇ ਕਹੀ ਜਾਂਦੇ ਕਰੋਨਾ ਫੈਲ ਗਿਆ, ਠੀਕ ਹੈ, ਉਹ ਉਹਨਾਂ ਨੇ ਆਪਣੇ ਆਈ ਡੋਨਟ ਨੋ ਕੀ ਉਹਨਾਂ ਨੂੰ ਮਸਲਾ ਹੈ, ਪਰ ਸਕੂਲਾਂ 'ਚ ਹੀ ਕਿਉਂ ਕਰੋਨਾ ਹੈ? ਕੀ ਉਮੀਦ ਲਾਉਂਦੇ ਹੋ ਹੁਣ ਸਰਕਾਰ ਕੋਲੋਂ? ਜੇ ਆਪਾਂ ਚਲੋ ਚੋਣਾਂ ਦੀ ਵੀ ਆਪਾਂ ਗੱਲ ਕਰ ਲਈਏ, ਹੁਣ ਤੁਹਾਡੀ ਇੱਥੇ ਅਲੱਗ-ਅਲੱਗ ਪਾਰਟੀਆਂ ਖੜੀਆਂ ਆ ਵਿਧਾਨ ਸਭਾ ਹਲਕੇ ਤੋਂ, ਹਨਾ, ਚੋਣਾਂ ਹੋ ਰਹੀਆਂ, ਉਮੀਦ ਲੱਗਦੀ ਕੋਈ ਨਵੀਂ ਪਾਰਟੀਆਂ ਨੇ ਜਿਹਦੀ ਜਾਂ ਪੁਰਾਣੀਆਂ ਅਕਾਲੀ ਕਾਂਗਰਸੀ ਆ ਜਾਣ ਉਹਨਾਂ ਬਦਲਾਅ ਹੋ ਸਕਦਾ? ਸਰ ਗੱਲ ਇਹ ਹੈ, ਸੌਰੀ ਟੂ ਸੇਇੰਗ ਕਿ ਸਰਕਾਰ ਕੋਈ ਵੀ ਹੋਵੇ, ਚਾਹੇ ਜੋ ਵੀ ਵਟਐਵਰ ABC XYZ ਕੋਈ ਵੀ ਸਰਕਾਰ ਆ ਜਾਵੇ, ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈ ਉਹ ਪਹਿਲੀ ਗੱਲ ਤਾਂ ਕੋਈ ਵੀ ਪੋਲੀਟੀਕਲ ਜਿਹੜੇ ਮੈਂਬਰਸ ਹੈਗੇ, ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ, ਆਮ ਜਨਤਾ ਨੂੰ ਵੀ ਪਤਾ ਕਿ ਸਭ ਤੋਂ ਪਹਿਲਾਂ ਆਪਣੇ ਢਿੱਡ ਭਰਦੇ ਆ। ਕੋਈ ਹੁਣ ਸਾਡੇ MLA ਜਾਂ ਕੋਈ ਵੀ ਇਹ ਨਹੀਂ ਕਹਿੰਦਾ ਕਿ ਸਕੂਲ ਖੁਲਵਾਓ, ਸਾਰੀਆਂ ਚੀਜ਼ਾਂ ਮਾਰਕੀਟ ਖੁੱਲੀਆਂ ਹੋਈਆਂ, ਮੰਡੀਆਂ ਖੁੱਲੀਆਂ ਹੋਈਆਂ ਵਾ, ਬਾਕੀ ਸਾਰੀਆਂ ਮੇਲੇ ਖੁੱਲੇ ਹੋਏ ਆ, ਪੀਰਾਂ ਦੇ ਦਰਬਾਰ ਤੇ। ਮੈਂ ਬਾਬਾ ਜੀ ਨੂੰ ਨਹੀਂ ਕੋਈ ਕੁਝ ਕਹਿ ਰਹੀ, ਪਰ ਇਹ ਕਿ ਸਭ ਨੂੰ ਸਤਬੁੱਧੀ ਦੇਣ ਵਾਹਿਗੁਰੂ। ਸਭ ਤੋਂ ਪਹਿਲਾਂ ਸਕੂਲ ਕੋਈ ਵੀ ਗਵਰਨਮੈਂਟ ਹੈ ਉਹਨਾਂ ਨੂੰ, ਕਿਉਂਕਿ ਬੱਚਿਆਂ ਨੂੰ ਜੇ ਬਲਾਈਂਡ ਕਰਨਗੇ ਤਾਂ ਓਬਵੀਅਸਲੀ ਸਾਡਾ ਦੇਸ਼ ਪਿੱਛੇ ਜਾ ਰਿਹਾ ਹੈ, ਦੇਸ਼ ਪਿੱਛੇ ਜਾ ਰਿਹਾ ਹੈ ਤੇ ਸਾਡੇ ਸਾਰਿਆਂ ਦਾ ਨੁਕਸਾਨ ਹੈ। ਕਿਉਂਕਿ ਬੱਚਿਆਂ ਨੂੰ ਜੇ ਤੁਸੀਂ ਵੈਲ ਐਜੂਕੇਸ਼ਨ ਦਿੰਦੇ ਹੋ ਤਾਂ ਤੁਹਾਡੀ ਭਲਾਈ ਹੈ, ਨਹੀਂ ਤਾਂ ਸਾਡਾ ਦੇਸ਼ ਤਾਂ ਵੈਸੇ ਹੀ 100 ਸਾਲ 150 ਸਾਲ ਪਿੱਛੇ ਹੈ ਬਾਕੀ ਦੇਸ਼ਾਂ ਤੋਂ। ਬਿਲਕੁਲ ਜੀ। ਸੋ ਕਿੰਨੀ ਸਿਆਣੀ ਗੱਲ ਮੈਮ ਹੁਣੇ ਕੀਤੀ, ਇਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਸਰਕਾਰਾਂ ਨੂੰ ਜਿਹੜਾ ਆ ਆਟਾ ਦਾਲ 2000 ਰੁਪਈਆ ਕਿਸੇ ਨੂੰ ਕਹਿੰਦੇ ਦੇ ਦੇਵਾਂਗੇ, 5000 ਕਿਸੇ ਨੂੰ ਦੇ ਦੇਵਾਂਗੇ, ਇਸ ਚੀਜ਼ ਨੂੰ ਛੱਡਦੇ ਹੋਏ ਸਿਹਤ ਸਹੂਲਤਾਂ ਤੇ ਗੱਲ ਕਰ ਲਈਏ ਆਪਾਂ ਸਿੱਖਿਆ ਸਹੂਲਤਾਂ ਨੂੰ ਲੈ ਕੇ ਜਿਹੜਾ ਕੰਮ ਕਰਨਾ ਚਾਹੀਦਾ, ਤਾਂ ਕਿ ਜਿਹੜੇ ਆਮ ਲੋਕਾਂ ਦੇ ਬੱਚੇ ਆ ਉਹ ਆਪਣੇ ਸੁਪਨੇ ਪੂਰੇ ਕਰ ਸਕਣ, ਹਰੇਕ ਬੰਦੇ ਦੀ ਸਿਹਤ ਜਿਹੜੀ ਆ ਉਹ ਬਿਲਕੁਲ ਸਹੀ ਹੋਵੇ। ਸੋ ਆ ਜਾਓ ਅੱਗੇ ਆਪਾਂ ਹੋਰ ਜਗ੍ਹਾ ਚੱਲਦੇ ਹਾਂ, ਹੋਰ ਲੋਕਾਂ ਨੂੰ ਮਿਲਦੇ ਆ, ਜਾਣਦੇ ਆ ਕੀ ਕਹਿਣਾ ਆ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਨੂੰ ਲੈ ਕੇ ਤੇ ਜੋ ਬਜਟ ਆ ਰਿਹਾ ਉਹਨੂੰ ਲੈ ਕੇ ਕੀ ਕਹਿਣਾ ਆ ਆਮ ਲੋਕਾਂ ਦਾ। ਠੀਕ ਹੈ ਨਾ, ਮੋਦੀ ਦੇ ਰਾਜ 'ਚ ਕਿੰਨੀ ਮਹਿੰਗਾਈ ਆ, ਤੇ ਜੇ ਸਰਕਾਰ ਬਦਲਦੀ ਆ, ਹੋ ਸਕਦਾ ਵੀ ਅਸੀਂ ਸੋਚਦੇ ਆ, ਉਮੀਦ ਰੱਖਦੇ ਆ ਵੀ ਸ਼ਾਇਦ ਅਗਲੀ ਸਰਕਾਰ ਬਈ ਥੋੜਾ ਜਿਹਾ ਲੋਕਾਂ ਨੂੰ ਰਾਹਤ ਮਿਲ ਜਾਊਗੀ। ਕਿਹੜੀਆਂ ਚੀਜ਼ਾਂ ਆਂਟੀ ਜੀ ਮਹਿੰਗੀਆਂ ਹੋਈਆਂ ਸਕਦੀਆਂ? ਕਿਉਂਕਿ ਚਲੋ ਜੇ ਲੇਡੀਜ਼ ਦੀ ਆਪਾਂ ਗੱਲ ਕਰ ਲਈਏ, ਸਾਡੇ ਘਰੇ ਵੀ ਹੈਗੇ ਸਾਡੇ ਮਾਤਾਵਾਂ ਭੈਣਾਂ, ਤੇ ਜਿਹੜਾ ਸਮਾਨ ਆਉਂਦਾ ਉਹਦਾ ਜ਼ਿਆਦਾਤਰ ਖਿਆਲ ਹੁੰਦਾ ਵੀ ਹਾਂ ਸਿਲੰਡਰ ਇੰਨੇ ਦਾ ਆਇਆ ਜਾਂ ਇੰਨੇ ਦਾ, ਦਾਲਾਂ ਹੋਰ ਵੀ ਹੈ ਨਾ ਸਮਾਨ, ਕਿਹੜੀ ਚੀਜ਼ ਤੁਹਾਨੂੰ ਮਹਿੰਗੀ ਹੋ ਗਈ ਲੱਗਦੀ ਹੈ ਜੀ? ਹਰੇਕ ਚੀਜ਼ ਮਹਿੰਗੀ ਆ ਜੀ, ਕਿਹੜੀ ਚੀਜ਼ ਨਹੀਂ ਮਹਿੰਗੀ ਦੱਸੋ ਮੈਨੂੰ? ਹਰੇਕ ਚੀਜ਼ ਮਹਿੰਗੀ ਆ, ਪੈਰਾਂ ਦੀ ਜੁੱਤੀ ਤੋਂ ਲੈ ਕੇ ਤੁਸੀਂ ਹਿਸਾਬ ਲਾ ਲਓ, ਖਾਣ ਪੀਣ ਤੋਂ ਲੈ ਕੇ ਹਰੇਕ ਚੀਜ਼ ਮਹਿੰਗੀ ਆ। ਅੱਜ ਤੁਸੀਂ ਇੱਥੇ ਕੁਝ ਸਮਾਨ ਖਰੀਦਣ ਆਏ ਹੋਏ ਆ ਨਾ? ਰੀਲਾਂ ਲੈਣ ਆਈਆਂ ਜੀ, ਸੂਟ ਸਿਲਾਈ ਦਾ ਕੰਮ ਕਰਦੀ ਮੈਂ ਜੀ। ਤੇ ਲੱਗਦਾ ਕਿ ਅੱਗੇ ਜਦੋਂ ਆਉਂਦੇ ਹੁੰਦੇ ਸੀਗੇ ਬੰਦਾ, ਜੇ ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਕਰ ਲਈਏ, ਪਹਿਲਾਂ ਬੰਦਾ ਕਿ ਚੱਲ ਥੋੜਾ ਜਿਹਾ ਸੋ ਇੱਕ ਚੀਜ਼ ਲੈਣਾ ਹੈ ਇੱਕ ਹੋਰ ਲੈ ਜਾਈਏ, ਤੇ ਹੁਣ ਇਦਾਂ ਦੇ ਹਾਲਾਤ ਹੈਗੇ ਜੀ? ਨਹੀਂ ਜੀ, ਘਰੋਂ ਸੋਚ ਕੇ ਹੀ ਆਉਂਦਾ ਬੰਦਾ ਵੀ ਇੰਨੀ ਲੈਣੀ ਆ ਤੇ ਇੰਨੇ ਕੁ ਪੈਸੇ ਆ ਤੇ ਇੰਨੇ ਕੁ ਜੀ ਸਾਰਨਾ ਮੈਂ। ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਆਇਓ ਭਾਜੀ ਇੱਕ ਮਿੰਟ ਜੀ। ਭਾਜੀ ਗਾਹਕ ਤੁਹਾਡੇ ਕੋਲ ਅੱਗੇ ਨਾਲੋਂ ਵੱਧ ਗਏ ਜਾਂ ਘਟ ਗਏ? ਕਿੰਨਾ ਕੁ ਫਰਕ ਪਿਆ ਬਿਜ਼ਨਸ ਉੱਤੇ ਜੀ? ਬਿਜ਼ਨਸ ਮਹਿੰਗਾਈ ਕਰਕੇ ਤਾਂ ਹੁਣ ਗਾਹਕਾਂ ਦੇ ਫਰਕ ਪੈ ਗਿਆ ਨਾ, ਉਹਨਾਂ ਦੀ ਜਿਹੜੀ ਜੇਬ ਹੈਗੀ ਆ ਹੁਣ ਅਲਾਉ ਨਹੀਂ ਕਰਦੀ ਇੰਨੀ, ਅਗਲਾ ਸੋਚ ਕੇ ਹੀ ਲੈਂਦਾ ਵੀ ਆਪਾਂ ਇਹ ਲਈਏ ਨਾ ਲਈਏ ਸਮਾਨ, ਪੈਸਾ ਅਗਲਾ ਪੈਸੇ 'ਚ ਤਾਕਤ ਨਹੀਂ ਰਹੀ ਹੁਣ ਇੰਨੀ, ਜਿੰਨਾ ਕੁ ਅਗਲਾ ਦੇਖਦਾ ਵੀ ਹਾਂਜੀ ਘਰ ਤੋਂ ਉਨੇ ਅਗਲਾ ਪਹਿਲਾਂ ਹੀ ਇੱਕ ਦੋ ਹੀ ਜਗ੍ਹਾ 'ਤੇ ਅਗਲਾ ਕਹਿ ਦਿੰਦਾ ਬਸ ਹੁਣ ਤਾਂ ਇੰਨੇ ਪੈਸੇ ਰਹੇ ਨਹੀਂ, ਬਸ ਹੁਣ ਘਰ ਨੂੰ ਚੱਲੀਏ, ਪੈਸੇ 'ਚ ਇੰਨੀ ਹੁਣ ਤਾਕਤ ਬਰਕਤ ਜੀ ਨਹੀਂ ਹੈਗੀ। ਸੋ ਦੇਖ ਸਕਦੇ ਹੋ ਕਿ ਹਾਲਾਤ ਦਾ ਮਹਿੰਗਾਈ ਦੇ ਨਾਲ ਆਮ ਜ਼ਿੰਦਗੀ ਉੱਤੇ ਕਿੰਨਾ ਕੁ ਫਰਕ ਪੈਂਦਾ। ਤੁਸੀਂ ਘਰ-ਬਾਰ ਚਲਾਉਂਦੇ ਹੋ, ਘਰ ਦੇ ਵਿੱਚ ਸਮਾਨ ਲੈ ਕੇ ਆਉਣਾ ਹੁੰਦਾ ਆ, ਜ਼ਿਆਦਾਤਰ ਰਾਸ਼ਨ ਪਾਣੀ ਦੇ ਨਾਲ ਸੰਬੰਧਿਤ ਆਪਾਂ ਗੱਲ ਕਰ ਲਈਏ, ਕਿੰਨੀ ਕੁ ਮਹਿੰਗਾਈ ਵੱਧ ਗਈ ਲੱਗਦੀ ਅੱਜ ਤੋਂ 5-7 ਸਾਲ ਨਾਲੋਂ ਕੰਪੈਰੀਜ਼ਨ ਕਰਕੇ? ਮਹਿੰਗਾਈ ਤਾਂ ਇੰਨੀ ਆ ਚੁੱਕੀ ਆ, ਇਸ ਟਾਈਮ ਸਾਨੂੰ ਸਵੇਰ ਨੂੰ ਖਾ ਕੇ ਸ਼ਾਮ ਦਾ ਫਿਕਰ ਪਿਆ ਹੁੰਦਾ ਕਿੱਥੋਂ ਖਾਣਾ ਹੈ। ਸਾਡੇ ਬੱਚੇ ਵੀ ਸਕੂਲੋਂ ਤੋਂ ਬੇਸਕੂਲ ਬੈਠੇ, ਨਾ ਸਾਡੇ ਕੋਲ ਫੀਸ ਦੇ ਹੁੰਦੀ ਹੈ, ਸਾਡੇ ਬੱਚੇ ਫੀਸ ਕਿੱਥੋਂ ਭਰਨ? ਜਿਹੜੇ ਪਹਿਲਾਂ ਇੰਗਲਿਸ਼ ਸਕੂਲਾਂ 'ਚ ਪੜ੍ਹ ਰਹੇ ਸੀ, ਜੇ ਉਹਨਾਂ ਨੂੰ ਕਹਿੰਦੇ ਸਾਨੂੰ ਐਡਮਿਸ਼ਨ ਫੀਸ ਮਾਫ ਕਰੋ, ਉਹ ਵੀ ਨਹੀਂ ਕਰ ਰਹੇ ਸਾਨੂੰ। ਅਸੀਂ ਕਹਿੰਦੇ ਬੱਚੇ ਗਵਰਨਮੈਂਟ ਕਹਿੰਦੀ ਪੜ੍ਹਾਓ, ਅਨਪੜ੍ਹ ਬੱਚੇ ਸਾਡੇ ਬੈਠੇ ਆ, BA ਕਰਕੇ ਘਰ ਬੈਠੇ ਆ, ਬੇਰੁਜ਼ਗਾਰ ਦੱਸੋ ਕਿੱਥੋਂ ਕਰੇ? ਜੇ BA ਨਾ ਕੀਤੀ ਹੁੰਦੀ, ਅਨਪੜ੍ਹ ਹੋ ਸਾਨੂੰ ਰੇੜੀ ਲਗਾ ਕੇ ਖੜੇ ਕਰਦੇ, ਉਹਨਾਂ ਨੂੰ ਦੁੱਖ ਨਹੀਂ ਸੀ ਸਾਨੂੰ ਵੀ ਚਲੋ ਰੇੜੀ ਲਗਾ ਕੇ ਪੜ੍ਹ ਰਹੇ ਆ, ਸ਼ਾਮ ਨੂੰ ਖਾਣ ਨੂੰ ਤਾਂ ਆਉਂਦਾ ਪੇਟ ਵਾਸਤੇ, ਪੜ੍ਹੇ ਲਿਖੇ ਨਾ ਤਾਂ ਰੇੜੀ ਲਾਉਣ ਜੋਗੇ ਰਹੇ ਆ, ਨਾ ਉਹਨਾਂ ਨੂੰ ਜੌਬ ਮਿਲ ਰਹੀ ਹੈ, ਨੌਕਰੀਆਂ ਵੀ ਨਹੀਂ ਮਿਲ ਰਹੀਆਂ। ਸਾਨੂੰ ਤਾਂ ਇਹੀ ਫਿਕਰ ਪੈ ਜਾਂਦੇ, ਅੱਜ ਪਾਈਏ ਦੁੱਧ ਲਿਆਂਦਾ ਸਵੇਰੇ ਵੀ ਸ਼ਾਮੀ ਚਾਹ ਜੋਗਾ ਰੱਖੀਏ ਕਿ ਨਾ ਰੱਖੀਏ? ਦੱਸੋ ਕਿੱਥੋਂ ਪੇਟ ਪਾਲੀਏ ਅਸੀਂ ਆਪਣਾ? ਮੈਮ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੂਹਰੇ ਆਉਣ ਵਾਲੀਆਂ, ਸਰਕਾਰ ਨੇ ਉਹ ਤੋਂ ਪਹਿਲਾਂ ਬਜਟ ਪੇਸ਼ ਕਰਨਾ 1 ਫਰਵਰੀ ਨੂੰ, 4 ਦਿਨ ਦਾ ਸਮਾਂ ਵਿੱਚ ਰਹਿ ਗਿਆ ਆ, ਲੱਗਦਾ ਕੁਝ ਸਰਕਾਰ ਸੈਂਟਰ ਗਵਰਨਮੈਂਟ ਕੁਝ ਰਾਹਤ ਦੇਊਗੀ ਜੀ, ਜਾਂ ਫਿਰ ਮਹਿੰਗਾਈ ਹੋਰ ਵੱਧ ਸਕਦੀ ਹੈ? ਜੀ ਬਹਾਨੇ ਤਾਂ ਬਹੁਤ ਕਰਦੇ ਆ ਵੀ ਤੁਸੀਂ ਆਹ ਕਾਰਡ ਬਣਾ ਲਓ, ਤੁਹਾਨੂੰ 1000 ਰੁਪਏ ਮਿਲੂ, 2000 ਮਿਲੂ, ਮਹਿਲਾ ਲਈ ਆਹ ਹੋ ਗਿਆ, ਪਰ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ। ਲੱਗਦਾ ਨਹੀਂ ਜੀ ਅੱਗੇ ਨੂੰ ਕੋਈ ਸਹੂਲਤ ਮਿਲੂਗੀ, ਕੋਈ ਦਿਖਦੀ ਨਹੀਂ ਆਸ, ਨਾ ਬੱਚਿਆਂ ਦੀ ਦਿਖਦੀ ਆ, ਨਾ ਜਵਾਨਾਂ ਦੀ ਦਿਖਦੀ ਆ, ਨਾ ਬੁੱਢਿਆਂ ਦੀ, ਕੋਈ ਲਾਈਫ ਨਹੀਂ ਦਿਖਦੀ ਜੀ। ਮਹਿੰਗਾਈ ਇੰਨੀ ਵੱਧ ਗਈ ਹੈ ਜੀ। ਇਹ ਤਾਂ ਆਪਣੀ ਕੁਰਸੀ ਤੇ ਬੈਠ ਕੇ ਆਪਣੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੂੰ ਆਪਣਾ ਕੋਟਾ ਪੂਰਾ ਕਰਦੇ ਆ,
ਜਿੱਤੇ ਚਾਹੇ ਹਾਰੇ, ਕੋਈ ਮਰੇ ਕੋਈ ਗਲੇ, ਕੋਈ ਕਿਸੇ ਦਾ ਕੋਈ ਫਿਕਰ ਨਹੀਂ ਇਹਨਾਂ ਨੂੰ ਆਪਣਾ। ਮਾਤਾ ਜੀ ਤੁਸੀਂ ਕਈ ਵਾਰ ਵੋਟਾਂ ਪਾ ਲਏ ਆਉਣੇ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਵੀ ਕਿਹਦੀ ਸਰਕਾਰ ਆਣੀ ਚਾਹੀਦੀ, ਪੰਜਾਬ ਕਿਸ ਤਰ੍ਹਾਂ ਬਚ ਸਕਦਾ 3 ਲੱਖ ਕਰੋੜ ਦਾ ਕਰਜ਼ਾ ਹੈ? ਨੂੰ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਪਣੀ ਦੂਸਰੀ ਆਮ ਆਦਮੀ ਹੋਵੇ, ਦੇਖੋ ਗਰੀਬ ਬੰਦਾ ਤਾਂ ਗਰੀਬ ਹੀ ਰਹਿਣਾ ਹੈ, ਕਿ ਉਹਨਾਂ ਨੇ ਮਿਡਲ ਵਾਲਿਆਂ ਨੂੰ ਦੇਖੋ, ਗਵਰਨਮੈਂਟ ਵਾਲਾ ਤਨਖਾਹ ਵੱਧ ਜੂਗੀ, ਮਿਡਲ ਵਾਲਾ ਤਾਂ ਉਹੀ ਰੋਜ਼ੀ ਰੋਟੀ ਕਰੂਗਾ, ਜੇ ਕਮਾਊਗਾ ਵੀ 100 ਰੁਪਇਆ ਤਾਂ ਖਰਚਾ ਹੋਊਗਾ 200 ਰੁਪਇਆ, ਚੀਜ਼ ਤਾਂ ਉਹਨੇ ਬਾਜ਼ਾਰ ਤੋਂ ਲੈ ਕੇ ਖਾਣੀ ਹੈ, ਉਹਦੇ ਵਾਸਤੇ ਕੁਝ ਨਹੀਂ ਹੈ। ਕੋਈ ਸਰਕਾਰ ਆ ਜਾਵੇ ਉਸੇ ਵਾਸਤੇ ਤਾਂ ਉਹੀ ਹੈ, ਮਰਦਾ ਤਾਂ ਮਿਡਲ ਤਬਕਾ ਹੈ, ਬੜਿਆਂ ਵਾਸਤੇ ਕੋਈ ਫਰਕ ਨਹੀਂ ਪੈਂਦਾ। ਜਿਹੜੇ ਸਟੋਰ ਕਰੀ ਬੈਠੇ ਸਮਾਨ, ਉਹਨੇ 100 ਦੀ 200 ਬਣ ਜਾਣੀ ਹੈ, ਗਵਰਨਮੈਂਟ ਨੂੰ ਤਨਖਾਹ ਵੱਧ ਜਾਣੀ, ਸਾਨੂੰ ਕੀ ਮਿਲਿਆ? ਸਾਨੂੰ ਤਾਂ ਕੁਝ ਨਹੀਂ ਮਿਲਿਆ। ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਆਮ ਲੋਕਾਂ ਦਾ ਜਿਹੜਾ ਜੀਵਨ ਆ ਉਹ ਬਸਰ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ। ਸਰਕਾਰ ਜਿਹੜੀ ਆ ਮੇਨ ਏਜੰਡੇ ਸਿੱਖਿਆ ਸਹੂਲਤਾਂ ਨੂੰ ਲੈ ਕੇ, ਸਿਹਤ ਸਹੂਲਤਾਂ ਦੇ ਉੱਤੇ ਜਿਹੜਾ ਨਹੀਂ ਕੰਮ ਕਰਦੀ, ਜਿਹਦੇ ਕਰਕੇ ਆਮ ਲੋਕਾਂ ਦੇ ਆਮ ਜੀਵਨ ਉੱਤੇ ਬਹੁਤ ਜ਼ਿਆਦਾ ਜਿਹੜਾ ਫਰਕ ਪੈ ਰਿਹਾ ਤੇ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਸੋ ਹੁਣ 1 ਤਰੀਕ ਨੂੰ ਬਜਟ ਆਵੇਗਾ, ਉਹਦੇ ਵਿੱਚ ਦੇਖਣ ਵਾਲਾ ਹੋਵੇਗਾ ਕਿ ਬਜਟ ਦੇ ਬਾਅਦ ਵਿੱਚ ਜਿਹੜਾ ਸੀਤਾਰਮਨ ਬਜਟ ਲੈ ਕੇ ਆ ਰਿਹਾ ਉਹਦੇ ਨਾਲ ਮਹਿੰਗਾਈ ਦੇ ਕਿੰਨਾ ਜਿਹੜਾ ਜ਼ਿਆਦਾ ਆ ਉਹ ਅਸਰ ਪੈਂਦਾ ਆ। ਸੋ 1 ਤਰੀਕ ਨੂੰ ਬਜਟ ਪੇਸ਼ ਹੋਣ ਵਾਲਾ ਆ। ਖਰੜ ਦੀ ਮਾਰਕੀਟ ਵਿੱਚ ਪਹੁੰਚੇ ਹੋਏ ਆ, ਇੱਥੇ ਲੋਕਾਂ ਦੇ ਦੁਕਾਨਦਾਰਾਂ ਦੇ ਆਪਾਂ ਰਿਵਿਊ ਜਾਣਾਂਗੇ ਕੀ ਕਹਿਣਾ ਚਾਹੁੰਦੇ ਬਜਟ ਦੇ ਆਉਣ ਦੇ ਨਾਲ, ਮਹਿੰਗਾਈ ਵਧਣ ਦੇ ਨਾਲ ਕਿੰਨਾ ਕੁ ਆਮ ਜ਼ਿੰਦਗੀ ਉੱਤੇ ਜਾਂ ਬਿਜ਼ਨਸਮੈਨ ਲੋਕਾਂ ਉੱਤੇ ਫਰਕ ਪੈਂਦਾ। ਸੋ ਸਾਡੇ ਨਾਲ ਇੱਥੇ ਵੀਰ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਜੀ ਕੀ ਲੱਗਦਾ ਕਿ ਇਸ ਟਾਈਮ ਵੋਟਾਂ ਪੈਣ ਵਾਲਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਆ, ਉਸ ਤੋਂ ਪਹਿਲਾਂ ਕੇਂਦਰ ਸਰਕਾਰ ਜਿਹੜੀ ਉਹ ਬਜਟ ਪੇਸ਼ ਕਰਨ ਲੱਗੀ ਹੈ ਨਾ ਜੀ, ਕੀ ਲੱਗਦਾ ਬਜਟ ਤੋਂ ਕੀ ਉਮੀਦ ਰੱਖਦੇ ਹੋ? ਮਹਿੰਗਾਈ ਘਟੂਗੀ ਵਧੂਗੀ ਕੀ? ਵੈਸੇ ਤਾਂ ਆਲਮੋਸਟ ਹੁਣ ਤੱਕ ਜਿੰਨੇ ਵੀ ਬਜਟ ਆਏ ਮਹਿੰਗਾਈ ਵੱਧਦੀ ਜ਼ਰੂਰ ਹੈ, ਬਟ ਹੋ ਸਕਦਾ ਵੀ ਸ਼ਾਇਦ ਇਸ ਵਾਰ ਵੀ ਸੈਂਟਰਲ ਗਵਰਨਮੈਂਟ ਕੁਝ ਫਾਇਦਾ ਲੈਣ ਲਈ ਕੁਝ ਰਿਲੈਕਸ ਦੇ ਦੇਵੇ ਪਬਲਿਕ ਨੂੰ, ਬਟ ਦੇਣਾ ਜ਼ਰੂਰ ਚਾਹੀਦਾ ਹੈ। ਹਰ ਮਿਡਲ ਕਲਾਸ ਨੂੰ ਕਦੇ ਵੀ ਕਿਸੇ ਬਜਟ 'ਚ ਅੱਜ ਤੱਕ ਕੁਝ ਨਹੀਂ ਮਿਲਿਆ, ਜਾਂ ਤਾਂ ਬਿਲਕੁਲ ਲੋਅਰ ਕੈਟਾਗਰੀ ਨੂੰ ਸਭ ਕੁਝ ਫ੍ਰੀ ਮਿਲਦਾ ਹੈ, ਬਾਕੀ ਬੜਿਆਂ ਨੂੰ ਤਾਂ ਲੋੜ ਨਹੀਂ ਹੁੰਦੀ ਕੋਈ। ਅਕਸਰ ਇਹਨਾਂ ਦੇ ਵਿੱਚ ਸਾਰਾ ਪਿਸਦਾ ਇੱਕ ਮਿਡਲ ਕਲਾਸ, ਚਾਹੇ ਬਿਜ਼ਨਸਮੈਨ ਲਾ ਲਓ, ਇੱਕ ਆਮ ਨਾਰਮਲ ਪਰਿਵਾਰ ਲਾ ਲਓ, ਉਹ ਜ਼ਰੂਰ ਪਿਸਦਾ ਇਹਦੇ ਵਿੱਚ। ਪਰ ਸਾਡੀ ਤਾਂ ਗਵਰਨਮੈਂਟ ਨੂੰ ਸਾਡੀ ਆਵਾਜ਼ ਪਹੁੰਚਦੀ ਉੱਥੇ ਤੱਕ ਇਹੀ ਕਹੂੰਗੇ ਵੀ ਮਿਡਲ ਕਲਾਸ ਵਾਸਤੇ ਵੀ ਕੁਝ ਜ਼ਰੂਰ ਸੋਚਣ। ਸਾਡੇ ਵੀ ਬੱਚੇ ਹੈ, ਸਭ ਤੋਂ ਜ਼ਿਆਦਾ ਟੈਕਸ ਮਿਡਲ ਕਲਾਸ ਤੋਂ ਹੀ ਜਾਂਦਾ ਗਵਰਨਮੈਂਟ ਨੂੰ, ਪਰ ਮਿਡਲ ਕਲਾਸ ਨੂੰ ਹੀ ਕੁਝ ਵੀ ਨਹੀਂ ਮਿਲਦਾ ਅੱਜ ਤੱਕ। ਭਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਬਿਜ਼ਨਸ ਕਰਦਿਆਂ ਨੂੰ? ਸਰ ਮੈਨੂੰ ਆਲਮੋਸਟ 25 ਸਾਲ ਹੋ ਚੁੱਕੇ ਹੈ। ਤੇ ਪਹਿਲਾਂ ਵੀ ਬਜਟ ਆਉਂਦੇ ਰਹੇ ਜੇ, ਅੱਜ ਤੋਂ 5 ਸਾਲ ਜਾਂ 7 ਸਾਲ ਪਹਿਲਾਂ ਦੀ, ਮੈਂ 10 ਸਾਲ ਪਹਿਲਾਂ ਦੀ ਗੱਲ ਕਰ ਲਵਾਂ, ਪਹਿਲਾਂ ਕਿਸ ਤਰ੍ਹਾਂ ਦਾ ਬਿਜ਼ਨਸ ਚੱਲਦਾ ਸੀ, ਕਿਸ ਤਰ੍ਹਾਂ ਘਰ ਵਿੱਚ ਸਾਰਾ ਸਰਕਲ ਚੱਲਦਾ ਸੀ, ਤੇ ਹੁਣ ਕਿੰਨਾ ਕੁ ਉਹਦੇ ਵਿੱਚ ਫਰਕ ਪੈ ਗਿਆ ਜੀ? ਸਰ ਪਹਿਲਾਂ ਤਾਂ ਚਲੋ ਅਸੀਂ ਕੁਝ ਨਾ ਕੁਝ ਮਾੜੀ ਮੋਟੀ ਸੇਵਿੰਗ ਕਰ ਲੈਂਦੇ ਸੀ, ਪਰ ਹੁਣ ਬਿਜ਼ਨਸ ਦੇ ਜੇ ਦੇਖੀਏ ਤੇ ਗਵਰਨਮੈਂਟ ਨੇ ਸਾਡੇ ਸ਼ੂਜ਼ ਲਾਈਨ ਦੇ ਉੱਤੇ 5% GST ਦੀ 12% ਕਰ ਦਿੱਤਾ, ਆਲਮੋਸਟ ਡਬਲ 2.5 ਗੁਣਾ ਜ਼ਿਆਦਾ ਵਧਾ ਦਿੱਤਾ, ਤੇ ਹੁਣ ਸਾਨੂੰ ਸਰਵਾਈਵ ਕਰਨਾ ਮੁਸ਼ਕਿਲ ਹੋ ਗਿਆ। ਉਸ ਤੋਂ ਪਹਿਲਾਂ ਆਪਣਾ ਤੁਸੀਂ ਲਾ ਲਓ ਨੋਟਬੰਦੀ ਹੋ ਗਈ ਤੇ ਕੁਝ ਹੋਰ ਇੱਦਾਂ ਦੇ ਸਰਕਮਸਟੈਂਸਿਸ ਆ ਵੀ ਮਤਲਬ ਉਸ ਟਾਈਮ ਸੇਵਿੰਗ ਕੁਝ ਵੀ ਨਹੀਂ ਹੈ। ਜੇ ਸਾਡੀਆਂ ਦੁਕਾਨਾਂ ਕਿਸੇ ਦੀ ਆਪਣੀ ਨਹੀਂ ਹੈ ਤਾਂ ਇੱਕੋ ਕਿਰਾਇਆ ਨਹੀਂ ਕੱਢ ਸਕਦਾ ਇਸ ਟਾਈਮ ਦੁਕਾਨਦਾਰ। ਬਸ ਹੁਣ ਬਜਟ ਤੋਂ ਤਾਂ ਸਾਨੂੰ ਇਹੀ ਉਮੀਦ ਹੈ ਵੀ ਕੁਝ ਨਾ ਕੁਝ ਮਿਡਲ ਕਲਾਸ ਨੂੰ ਵੀ ਇੱਕ ਰਿਲੈਕਸ ਕੀਤਾ ਜਾਵੇ ਇਸ ਵਾਰ। ਅੱਜ ਤੱਕ ਕਦੀ ਵੀ ਬਿਜ਼ਨਸ ਕੁਝ ਨਹੀਂ ਦਿੱਤਾ ਬਿਜ਼ਨਸਮੈਨ ਨੂੰ ਤਾਂ ਖਾਸ ਕਰਕੇ। ਜੇ ਭਾਈ ਆਪਾਂ ਗੱਲ ਕਰ ਲਈ ਹੁਣ, ਜੇ ਆਪਾਂ ਤੁਸੀਂ ਆਪਣੇ ਮੈਰਿਡ ਆਪਣੇ ਮਿਸਿਸ ਜੀ ਨਾਲ ਘੁੰਮਣ ਜਾਂਦੇ ਹੋਣ ਜਾਂ ਕਿਤੇ ਵੀ ਨਾ, ਪਹਿਲਾਂ ਇਦਾਂ ਦਾ ਚਲ ਆਹ ਚੀਜ਼ ਲੈ ਲਈਏ, ਹੁਣ ਸਾਡਾ ਡਰ ਲੱਗਦਾ ਵੀ ਆਹ ਚੀਜ਼ ਲਈਏ, ਮਹਿੰਗਾਈ ਇੰਨੀ ਵਧੀ ਆ, ਉਹ ਚੀਜ਼ ਲੈ ਕੇ ਆਣੀ ਹੁਣ ਇੱਕ ਚੀਜ਼ ਲਾਣੀ ਮੁਸ਼ਕਿਲ ਹੈ। ਬਾਕੀ ਸ਼ੌਂਕ ਦੀ ਚੀਜ਼ਾਂ ਤਾਂ ਹੁਣ ਬਹੁਤ ਦੂਰ ਚਲੇ ਗਈਆਂ, ਇਸ ਕਰਕੇ ਵੀ ਮਤਲਬ ਕੁਛ ਨਾ ਕੁਛ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਇਸ ਬਾਰੇ ਵੀ। ਨਾ ਤਾਂ ਛੋਟਿਆਂ ਦਾ ਹੀ ਸੋਚਣ ਬਿਲਕੁਲ ਜਿਹੜੇ ਜ਼ੀਰੋ ਤੇ ਹੈ, ਤੇ ਜਾਂ ਤਾਂ ਫਿਰ ਬੜਿਆਂ ਦਾ ਹੀ ਸੋਚਦੀ ਹੈ ਗਵਰਨਮੈਂਟ। ਮਿਡਲ ਕਲਾਸ ਤਾਂ ਹਰ ਵਕਤ ਰੁਲਦਾ ਹੀ ਰੁਲਦਾ ਹੈ ਜੀ। ਬਾਪੂ ਜੀ ਸਾਡੇ ਨਾਲ ਜੁੜੇ ਆ। ਬਾਪੂ ਜੀ ਚਲੋ ਬਜਟ ਤੋਂ ਇਲਾਵਾ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਕਰਨ ਚਾਹੁੰਦਾ, ਆਪਾਂ ਪੋਲੀਟੀਕਲ ਮੂਹਰੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ, ਖਰੜ ਇਹਦੀ ਗੱਲ ਕਰ ਲਈ ਹੈ ਨਾ, ਖਰੜ ਹਲਕੇ ਦੀ। ਤੇ ਖਰੜ ਹਲਕੇ ਦੀ ਜੇ ਆਪਾਂ ਗੱਲ ਕਰ ਲਈ ਹੈ ਨਾ ਜੀ, ਇੱਥੇ ਆਮ ਆਦਮੀ ਪਾਰਟੀ ਤੋਂ ਵੀ ਖੜੇ ਹੋਏ ਨੇ, ਅਕਾਲੀ ਬਸਪਾ ਤੋਂ ਗੱਠਜੋੜ ਤੋਂ ਖੜੇ ਹੋਏ ਨੇ, ਕਾਂਗਰਸ ਤੋਂ ਵੀ ਖੜੇ ਹੋਏ ਨੇ। ਕਾਫੀ ਅੰਕਲ ਜੀ ਉਮਰ ਤੁਹਾਡਾ ਕਾਫੀ ਤਜਰਬਾ, ਕਾਫੀ ਵਾਰ ਤੁਸੀਂ ਵੋਟਾਂ ਪਾਈਆਂ, ਇਸ ਵਾਰ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਭਲਾ ਕਿਹੜੀ ਪਾਰਟੀ ਕਰ ਸਕਦੀ, ਕਿਹੜੀ ਪਾਰਟੀ ਆਉਣ ਨਾਲ ਪੰਜਾਬ ਦੀ ਨੁਹਾਰ ਬਦਲ ਸਕਦੀ ਹੈ? ਮੇਰੇ ਤਾਂ ਖਿਆਲ ਹੈ ਨਾ ਵੀ ਸਾਰੇ ਲੋਲੀਪੌਪ ਦੇ ਰਹੇ ਹੈ। ਇਹਨਾਂ ਨੇ ਅੱਗੇ ਟੈਕਸ ਲਾਉਣਾ ਹੀ ਲਾਉਣਾ ਹੈ, ਲੋਕਾਂ ਨੂੰ ਪੀਸਣਾ ਹੀ ਪੀਸਣਾ। ਹੁਣ ਤਾਂ ਇਹ ਦੇ ਦੇਣਗੇ, ਬੋਲ ਵੀ ਦੇਣਗੇ, ਕਰਨਗੇ ਵੀ, ਪਰ ਲੋਕਾਂ ਨੂੰ ਇੰਨਾ ਪੀਸਿਆ ਜਾਏਗਾ ਵੀ ਜਿਹੜਾ ਲੋਕ ਸਰਵਾਈਵ ਨਹੀਂ ਕਰ ਸਕਣਗੇ। ਬਾਕੀ ਪਾਰਟੀ ਦੀ ਗੱਲ ਰਹੀ, ਦੇਖੀਏ ਤਾਂ ਸਾਰੀਆਂ ਪਾਰਟੀਆਂ ਹੁਣ ਆਪ ਦਾ ਕਹਿ ਰਹੇ ਹੈ, ਬੱਚੇ ਵੀ ਕਹਿ ਰਹੇ ਹੈ, ਕੁਝ ਥੋੜਾ ਬਹੁਤਾ ਹੈ ਜ਼ੋਰ। ਨਵੀਂ ਪਾਰਟੀ ਨੂੰ ਜ਼ਿਆਦਾਤਰ ਕਹਿ ਸਕਦੇ ਹਾਂ, ਇਹ ਕਹਿ ਸਕਦੇ ਹਾਂ ਵੀ ਆਪ ਨੂੰ ਵੀ ਦੇਖਣਾ ਚਾਹੁੰਦੀ ਹੈ ਦੁਨੀਆ, ਵੀ ਆਪ ਨੂੰ ਵੀ ਦੇਖ ਲਈਏ, ਕਿਉਂਕਿ ਬਾਕੀਆਂ ਨੂੰ ਤਾਂ ਦੇਖ ਹੀ ਲੱਤਾ। ਠੀਕ ਹੈ, ਲੋਲੀਪੌਪੇ ਦੇ ਰਹੇ ਆ ਸਾਰੇ, ਬਸ ਇਸ ਤਰ੍ਹਾਂ ਹੀ ਚੱਲੀ ਜਾਣਾ ਇਹ ਸੰਸਾਰ। ਬਸ ਬਹੁਤ ਬਹੁਤ ਧੰਨਵਾਦ ਜੀ। ਸੋ ਅੱਗੇ ਆਪਾਂ ਹੋਰ ਲੋਕਾਂ ਵਿੱਚ ਜਾਵਾਂਗੇ, ਕਰਾਂਗੇ ਗੱਲਬਾਤ, ਜਾਣਾਂਗੇ ਕਿ ਬਜਟ ਦੇ ਨਾਲ ਕਿੰਨਾ ਕੁ ਫਰਕ ਪੈ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ। ਸੋ ਸਾਡੇ ਨਾਲ ਵੀਰ ਜੁੜੇ ਹੋਏ ਨੇ ਇੱਥੇ, ਕਿਉਂਕਿ ਆਪਾਂ ਮਾਰਕੀਟ ਦੇ ਵਿੱਚ ਘੁੰਮ ਰਹੇ ਹਾਂ, ਵੱਖੋ ਵੱਖਰੇ ਲੋਕਾਂ ਦੇ ਰਿਵਿਊ ਲੈ ਰਹੇ ਹਾਂ। ਵੀਰ ਹੁਣੀ ਬਿਜ਼ਨਸ ਕਰਦੇ। ਵੀਰ ਬਜਟ 1 ਤਰੀਕ ਨੂੰ ਪੇਸ਼ ਕਰਨਾ ਆ ਗੌਰਮੈਂਟ ਨੇ,
ਪਹਿਲਾਂ ਵੀ ਬਜਟ ਪੇਸ਼ ਕਰਦੇ, ਇਸ ਵਾਰ ਅਲੱਗ ਤਰੀਕੇ ਦਾ ਹੋਊਗਾ ਕਿਉਂਕਿ ਇਸ ਵਾਰ ਚੋਣਾਂ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ, ਉਹਨਾਂ ਤੋਂ ਪਹਿਲਾਂ ਬਜਟ ਆਉਣਾ ਆ ਤੇ ਸੈਂਟਰ ਗਵਰਨਮੈਂਟ ਦਾ ਵੀ ਜ਼ੋਰ ਲੱਗਿਆ ਵਾ ਪੰਜਾਬ ਦੇ ਵਿੱਚ ਕਿਉਂਕਿ ਵੋਟਾਂ ਵੀ ਲੈਣੀਆਂ ਹੈਗੀਆਂ ਜੀ। ਕੀ ਲੱਗਦਾ ਕਿ ਬਜਟ ਜਿਹੜਾ ਇਸ ਵਾਰ ਆਊਗਾ ਉਹਦੇ ਨਾਲ ਮਹਿੰਗਾਈ ਘਟੂਗੀ ਜਾਂ ਵਧੂਗੀ ਜੀ? ਦੇਖੋ ਜੀ, ਇਹ ਤਾਂ ਉਹਨਾਂ ਦੇ ਹੱਥ ਵਿੱਚ ਹੈ। ਜੇ ਉਹ ਮਹਿੰਗਾਈ ਘਟਾਉਣਾ ਚਾਹੁੰਦੇ ਆ ਤਾਂ ਰੋਜ਼ਮਰਰਾ ਦੀਆਂ ਚੀਜ਼ਾਂ ਨੂੰ ਸਸਤਾ ਕਰਨਾ ਚਾਹੀਦਾ, ਜਿਵੇਂ ਕਿ ਸਿਲੰਡਰ ਹੋਇਆ, ਰਿਫਾਈਨਡ ਆਇਲ ਹੋਇਆ, ਤੇਲ ਹੋਇਆ। ਇਹ ਚੀਜ਼ਾਂ ਹਰੇਕ ਦੀ ਜ਼ਰੂਰਤ ਹੈ ਕਿਉਂਕਿ ਗਰੀਬ ਬੰਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਇੰਨੀ ਮਹਿੰਗਾਈ ਤੋਂ। ਮੈਂ ਤਾਂ ਇਹੀ ਚਾਹੁੰਦਾ ਕਿ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਹੈ ਉਹਨਾਂ ਬਾਰੇ ਕਿ ਇਸ 'ਤੇ ਜਿੱਦਾਂ ਵੀ ਹੋ ਸਕੇ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਅਤੇ ਦੂਜੀ ਇਹ ਹੈ, ਜੇ ਉਹ ਨਹੀਂ ਕਰਦੇ ਤਾਂ ਜਨਤਾ ਉਹਨਾਂ ਨੂੰ ਮੁੜ ਜਵਾਬ ਦੇਣਾ ਵੀ ਜਾਣਦੀ ਹੈ ਜੀ। ਮੈਂ ਤਾਂ ਇਹੀ ਕਹਿੰਦਾ ਜੇ ਉਹ ਸੁਧਰ ਜਮੇ ਤਾਂ ਵਧੀਆ, ਨਹੀਂ ਤਾਂ ਜਨਤਾ ਸੁਧਾਰਨੇ ਵਾਸਤੇ ਵੀ ਟਾਈਮ ਨਹੀਂ ਲਾਉਂਦੀ। ਵਾਅਦੇ ਬਹੁਤ ਕਰ ਦਿੰਦੇ ਆ ਲੇਕਿਨ ਉਸ ਤੋਂ ਖਰੇ ਨਹੀਂ ਉਤਰਦੇ। ਇਸ ਕਰਕੇ ਮਹਿੰਗਾਈ ਨਾਲ ਭਾਜੀ ਕਿੰਨਾ ਕੁ ਫਰਕ ਪੈ ਰਿਹਾ ਘਰ ਦੇ? ਜੇ ਆਪਾਂ ਗੱਲ ਕਰ ਲਈਏ ਅੱਜ ਤੋਂ 10-12 ਸਾਲ ਪਹਿਲਾਂ ਗੱਲ ਕਰ ਲਈਏ, ਤੁਸੀਂ ਪਹਿਲਾਂ ਤੋਂ ਬਿਜ਼ਨਸ ਕਰਦੇ ਆ ਜੀ, ਹੈ ਨਾ ਜੀ, ਤੇ ਉਸ ਟਾਈਮ ਕੁਝ ਸੇਵਿੰਗ ਹੁੰਦੀ ਜਾਂ ਨਹੀਂ ਹੁੰਦੀ ਉਹ ਤੁਹਾਨੂੰ ਨਾ ਪਤਾ ਹੋਣਾ ਜੀ। ਲੱਗਦਾ ਪਹਿਲਾਂ ਕੁਝ ਸੇਵਿੰਗ ਹੋ ਜਾਂਦੀ ਸੀ ਤੇ ਹੁਣ ਨਹੀਂ ਹੋ ਰਹੀ? ਹਾਂਜੀ, ਪਹਿਲਾਂ ਹੁੰਦੀ ਸੀ, ਸੇਵਿੰਗ ਵੀ ਹੁੰਦੀ ਸੀ ਜੀ, ਖੁਸ਼ਹਾਲੀ ਵੀ ਸੀ, ਠੀਕ ਹੈ ਨਾ। ਹੁਣ ਤਾਂ ਤੁਸੀਂ ਇਹ ਲਾ ਲਓ ਵੀ ਜੇ ਇੱਕ ਤਨਖਾਹ ਲਾਈ ਹੋਈ ਹੈ, ਦੁਕਾਨਦਾਰ ਵੀ ਹੈ, ਜੋ ਪੈਸੇ ਕਮਾਉਂਦਾ ਹੈ ਤਾਂ ਉਹ ਸਾਰੇ ਪੈਸੇ ਉਹਦੇ 'ਚ ਨਿਕਲ ਜਾਂਦੇ। ਇੱਕ ਤਾਂ ਸਕੂਲਾਂ ਦੀਆਂ ਫੀਸਾਂ ਹੋਈਆਂ, ਇੱਕ ਇਹ ਕਰਿਆਨਾ ਸਟੋਰ ਹੋਇਆ, ਗਲੋਸਰੀ ਹੋਈ ਹੈ, ਬਹੁਤ ਜ਼ਿਆਦਾ ਮਹਿੰਗੀ ਹੈ। ਪ੍ਰਾਈਵੇਟ ਸਕੂਲਾਂ ਦਾ ਭਾਜੀ ਬਹੁਤ ਨਾ ਫਰਕ ਪੈ ਰਿਹਾ ਆਮ ਉਹ ਜੀ ਦੇਖੋ, ਉਹਨਾਂ ਦਾ ਕੋਵਿਡ ਤੋਂ ਬਾਅਦ ਵੀ ਉਹਨਾਂ ਦਾ ਇਹੀ ਹੋ ਰਿਹਾ, ਨਾ ਤਾਂ ਉਹਨਾਂ ਨੇ ਫੀਸਾਂ ਘਟਾਈਆਂ ਨਾ ਟਰਾਂਸਪੋਰਟ ਦਾ ਖਰਚਾ ਘਟਾਇਆ। ਗਵਰਨਮੈਂਟ ਕਹਿ ਤਾਂ ਦਿੰਦੀ ਹੈ ਜੀ ਹਾਂਜੀ ਸਕੂਲ ਬੰਦ ਹੈ ਜੀ, ਇਹਨਾਂ ਦੀਆਂ ਫੀਸਾਂ ਉਹ ਕਰੋ, ਲੇਕਿਨ ਉਸ 'ਤੇ ਅਮਲ ਕੋਈ ਨਹੀਂ ਹੁੰਦਾ ਕਿਉਂਕਿ ਸਕੂਲ ਵਾਲੇ ਵੀ ਅੱਗੇ ਉਹਨਾਂ ਨਾਲ ਮਿਲੇ ਹੈ, ਸਰਕਾਰਾਂ ਉਹਨਾਂ ਨਾਲ ਮਿਲੀਆਂ ਹੈ, ਆਪਣੇ ਆਪਣੇ ਪ੍ਰਾਈਵੇਟ ਸਕੂਲ ਖੋਲ੍ਹੇ ਹੋਏ ਆ ਉਹਨਾਂ ਦੇ, ਤੇ ਸਰਕਾਰੀ ਸਕੂਲ 'ਚ ਇੰਨੀ ਫੈਸਿਲਿਟੀ ਹੈ ਨਹੀਂ ਹੈ ਜਿਹੜਾ ਬੱਚਾ ਉੱਥੇ ਪੜ੍ਹਾਵੇ। ਜੀ ਜੀ ਬਿਲਕੁਲ ਜੀ। ਅੱਛਾ ਵੀਰ ਹੁਣੀ ਕਿਹਾ ਸਰਕਾਰੀ ਸਕੂਲ 'ਚ ਇੰਨੀ ਫੈਸਿਲਿਟੀ ਨਹੀਂ ਹੈਗੀ ਆ। ਖਰੜ ਹਲਕੇ 'ਚ ਤੁਸੀਂ ਪੈਂਦੇ ਹੋ, ਜੇ ਗੱਲ ਕਰ ਲਈਏ ਇੱਥੋਂ ਅਨਮੋਲ ਗਗਨਮਾਨ ਆਮ ਆਦਮੀ ਪਾਰਟੀ ਤੋਂ ਖੜੇ ਹੋਏ ਬਲਵੀਰ ਸਿੰਘ ਸਿੱਧੂ ਨੇ, ਹੈ ਨਾ, ਤੇ ਇਹ ਜਿਹੜੇ ਸਾਰੇ ਹਲਕੇ ਤੁਹਾਡੇ ਵਿੱਚ ਖੜੇ ਹੋਏ ਨੇ, ਹੈ ਨਾ, ਪਾਰਟੀ ਦੇ ਵਰਕਰਾਂ ਨਾਲ ਅਲੱਗ-ਅਲੱਗ ਉਮੀਦਵਾਰ ਖੜੇ ਹੋਏ ਨੇ। ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ 'ਚ ਕੋਈ ਇਸ ਤਰ੍ਹਾਂ ਦਾ ਕੈਂਡੀਡੇਟ ਹੈਗਾ ਜਿਹੜਾ ਤੁਹਾਡਾ ਭਲਾ ਕਰ ਸਕਦਾ, ਹਲਕੇ ਲਈ ਕੁਝ ਵਧੀਆ ਕੰਮ ਕਰ ਸਕਦਾ? ਭਾਜੀ ਆਪਾਂ ਤਾਂ ਇਸ ਵਾਰ ਆਮ ਪਾਰਟੀ ਨੂੰ ਵੋਟ ਪਾਣੀ ਆ। ਅਸੀਂ ਨਵੇਂ ਚਿਹਰੇ ਨੂੰ ਅੱਜ ਕੀ ਮੌਕਾ ਦੇਣਾ ਆ। ਕਾਂਗਰਸ ਨੂੰ ਅਸੀਂ ਵਰਤ ਕੇ ਦੇਖ ਲਿਆ, ਠੀਕ ਹੈ ਜੀ। ਜਿਹੜੀ ਅਕਾਲੀ ਦਲ ਆ ਆਪਾਂ ਇਹਨਾਂ ਨੂੰ ਵੀ ਵਰਤ ਕੇ ਦੇਖ ਲਿਆ ਤੇ ਇਹਨਾਂ ਤੇ ਕੁਝ ਨਹੀਂ ਹੋਇਆ। 10 ਸਾਲਾਂ ਦੇ ਵਿੱਚ 15 ਸਾਲਾਂ ਦੇ ਵਿੱਚ ਸਰਕਾਰ ਕਦੇ ਉਹਦੀ ਕਾਂਗਰਸ ਦੀ ਆ ਜਾਂਦੀ ਆ, ਕਦੇ ਅਕਾਲੀ ਆ ਜਾਂਦੇ ਆ। ਇਹ ਸਾਰੇ ਲੁੱਟਣ ਕੁੱਟਣ ਵਾਲੇ ਹੀ ਆ। ਆਪਾਂ ਇਸ ਵਾਰ ਨਵੀਂ ਪਾਰਟੀ ਨੂੰ ਵੋਟ ਮੌਕਾ ਦੇਣਾ ਚਾਹੁੰਦੇ ਆ। ਭਾਜੀ ਜੇ ਗੱਲ ਕਰ ਲਈਏ ਕਾਂਗਰਸ ਦੀ, ਉਹਨਾਂ ਨੇ ਮਜੀਠੀਆ ਉੱਤੇ ਪਰਚਾ ਕਰ ਦਿੱਤਾ ਸੀਗਾ। ਲੱਗਦਾ ਨਹੀਂ ਕੁਝ ਵੀ ਕੋਈ ਕਾਰਵਾਈ ਕਰ ਰਹੀ ਹੈ ਕਾਂਗਰਸ, ਅਸਲ ਵਿੱਚ ਗਰਾਊਂਡ ਲੈਵਲ ਤੇ ਕੋਈ ਕੰਮ ਕਰ ਰਹੀ ਹੈ? ਭਾਜੀ ਦੇਖੋ ਜੀ, ਆਪਾਂ ਉਹਨਾਂ ਦੀ ਸਿਆਸਤ ਤੋਂ ਆਪਾਂ ਕੁਝ ਨਹੀਂ ਲੈਣਾ। ਆਪਾਂ ਉਹਨਾਂ ਤੋਂ ਕੀ ਲੈਣਾ? ਉਹ ਆਪਸ ਵਿੱਚ ਜੋ ਮਰਜ਼ੀ ਕਰਦੇ ਰਹਿਣ। ਸਾਨੂੰ ਤਾਂ ਆਪਣਾ ਫਾਇਦਾ ਦੇਖਣਾ ਆਮ ਬੰਦੇ ਨੇ ਵੀ ਸਾਨੂੰ ਕਿੱਥੇ ਆ, ਆਪਾਂ ਨੂੰ ਕਿਹੜਾ ਕੈਂਡੀਡੇਟ ਠੀਕ ਲੱਗਦਾ, ਕਿਹੜਾ ਸਾਡੇ ਕੰਮ ਆ ਸਕਦਾ। ਅਸੀਂ ਇਹਨਾਂ ਦੀ ਸਿਆਸਤ ਤੋਂ ਕੀ ਲੈਣਾ? ਜੀ ਜੀ। ਤੇ ਭਾਜੀ ਜੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ, ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਹੈ, ਇਹ ਆਮ ਆਦਮੀ ਪਾਰਟੀ ਨੂੰ ਵੋਟ ਭਗਵੰਤ ਮਾਨ ਦੇ ਨਾਮ ਨੂੰ ਪੈ ਰਹੀ ਹੈ ਜਾਂ ਫਿਰ ਕਿਉਂਕਿ ਜ਼ਿਆਦਾਤਰ ਇਹੀ ਕਹਿੰਦੇ ਵੀ ਲੋਕ ਭਗਵੰਤ ਮਾਨ ਨੂੰ ਬਹੁਤ ਪਸੰਦ ਕਰਦੇ ਆ? ਤੁਹਾਨੂੰ ਭਗਵੰਤ ਮਾਨ ਦਾ ਚਿਹਰਾ ਕਿਸ ਤਰ੍ਹਾਂ ਦਾ ਲੱਗਿਆ? ਭਾਜੀ ਭਗਵੰਤ ਮਾਨ ਹੀ ਇੱਕ ਬੰਦਾ ਇਹੋ ਜਿਹਾ ਵੀ ਜਿਹੜਾ ਕਰ ਸਕਦਾ ਕੁਝ। ਜਿਹੜੇ ਸਕੂਲ ਕਾਲਜ ਜੋ ਵੀ ਆ ਇਹ ਸਾਰਾ ਸਿਸਟਮ ਠੀਕ ਕਰ ਸਕਦਾ ਕਿਉਂਕਿ ਜਿਹੜੇ ਪਿੱਛੇ ਹੁਣ ਆਪਾਂ ਬੀਤ ਚੁੱਕੇ ਆ, ਜਿਹੜੇ 5 ਸਾਲ 10 ਸਾਲ ਜੋ ਵੀ ਆ, ਨਾ ਕੁਝ ਅਕਾਲੀਆਂ ਨੇ ਕਰਿਆ, ਨਾ ਕੁਝ ਕਾਂਗਰਸ ਨੇ ਕਰਿਆ, ਨਾ ਬੀਜੇਪੀ ਨੇ। ਤਾਂ ਦੇਖੋ ਜੀ ਕਰੇ ਕੁਝ ਨਹੀਂ ਹੈਗਾ। ਬੀਜੇਪੀ ਤੇ ਆਪਾਂ ਕਿਸੇ ਲੈਣ ਮਾ ਰੱਖਦੇ ਨਹੀਂ ਹੈਗੇ। ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਹੈਗਾ ਵੀ ਨਵੀਂ ਪਾਰਟੀ ਨੂੰ ਆਪਾਂ ਮੌਕਾ ਦੇਣਾ ਆ ਵੀ ਉਹ ਕੁਝ ਕਰਦੀ ਆ। ਜੇ ਉਹਨਾਂ ਨੇ ਕੁਝ ਨਾ ਸਾਨੂੰ ਰਿਜ਼ਲਟ ਦਿਆ ਤਾਂ ਆਉਣ ਵਾਲੇ ਅਗਲੇ ਇਲੈਕਸ਼ਨ ਦੇ ਵਿੱਚ ਆਪਾਂ ਉਹਨਾਂ ਨੂੰ ਵੀ। ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਪਰ ਇੱਥੇ ਦੇ ਖਰੜ ਦੇ ਲੋਕ ਬਹੁਤ ਸਿਆਣੇ ਨੇ। ਗੱਲਾਂ ਆਪਾਂ ਜੇ ਕਰ ਲਈਏ ਤਾਂ ਬਜਟ ਨੂੰ ਲੈ ਕੇ ਵੀ ਇਹਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਜਿਹੜੀ ਆ ਉਹ ਲਗਾਤਾਰ ਆਸਮਾਨ ਨੂੰ ਛੂੰਹਦੀ ਜਾ ਰਹੀ ਆ। ਹਰੇਕ ਤੁਸੀਂ ਕਿਉਂਕਿ ਸਾਰੀ ਇੰਟਰਵਿਊ ਸੁਣ ਵੀ ਲਈ ਆ ਪਿੱਛੇ, ਹਰੇਕ ਬੰਦੇ ਦਾ ਇਹੀ ਕਹਿਣਾ ਹੈ ਕਿ ਸਿੱਖਿਆ ਸਹੂਲਤਾਂ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ ਪ੍ਰਾਈਵੇਟ ਸਕੂਲਾਂ ਨੇ ਬਹੁਤ ਜ਼ਿਆਦਾ ਜਿਹੜੀ ਆ ਉਹ ਲੁੱਟ ਮਚਾ ਰੱਖੀ ਹੈ। ਤੇ ਹੁਣ ਇਸ ਟਾਈਮ ਆਮ ਆਦਮੀ ਪਾਰਟੀ ਉੱਤੇ ਨਿਗਾਹਾਂ ਟਿਕੀਆਂ ਨੇ। ਨਵੀਂ ਪਾਰਟੀ ਨੂੰ ਲੋਕ ਮੌਕਾ ਦੇਣਾ ਚਾਹੁੰਦੇ ਤਾਂ ਕਿ ਸਿਹਤ ਸਹੂਲਤਾਂ ਤੇ ਸਿੱਖਿਆ ਸਹੂਲਤਾਂ ਉੱਤੇ ਜਿਹੜੇ ਆ ਕੰਮ ਕੀਤੇ ਜਾ ਸਕਣ। ਸੋ ਕੈਮਰਾਮੈਨ ਕਰਨ ਦੇ ਨਾਲ ਅਮਨਦੀਪ ਸਿੰਘ ਗੜੀ, ਸਕਰੋਲ ਪੰਜਾਬ, ਖਰੜ।